वाहिगुरू जी का खालसा वाहिगुरू जी की फतेह। 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੀ ਵੱਜਿਆ ਤੇ ਹਰ ਇੱਕ ਇਨਸਾਨ ਆਪਣੇ ਚੰਗੇ ਭਵਿੱਖ ਲਈ ਹਰ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਤੇ ਲਗਾਤਾਰ ਕਰ ਰਿਹਾ ਤੇ ਚੰਗੇ ਦਿਲ ਇਹ ਵੀ ਆਖ ਰਹੇ ਨੇ ਕਿ ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੋ ਦੁਆਵਾਂ। ਭਾਈ ਵੀਰ ਸਿੰਘ ਜੀ ਨੇ ਕਿਤੇ ਲਿਖਿਆ ਸੀਗਾ ਵੀ ਜੋ ਵੀ ਤੁਸੀਂ ਕੰਮ ਕਰਨਾ ਬੜੀ ਮਸਤੀ ਨਾਲ ਕਰੋ ਤਾਂ ਕਿ ਉਹ ਸਹੀ ਢੰਗ ਨਾਲ ਨੇਪਰੇ ਚੜ ਸਕੇ। ਉਹਨਾਂ ਆਖਿਆ ਸੀ ਕਿਉਂ ਹੋਇਆ ਕਿੱਕੂ ਹੋਇਆ, ਖਪ ਖਪ ਮੂਏ ਸਿਆਣੇ ਉਸ ਰਾਹ ਪਵੇ ਕਿਉਂ ਜਿੰਦੇ, ਜਿਸਰਾ ਪੂਰ ਮਹਾਣੇ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ ਹੋਸ਼ਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਪੰਜਾਬ ਜਿਹੜਾ ਕਿ ਹਮੇਸ਼ਾ ਹੀ ਗਣਤੰਤਰ ਦਾ ਵਾਰਸ ਰਿਹਾ, ਅਫਸੋਸ ਕਿ ਅਸੀਂ ਗਣਤੰਤਰ ਵਿੱਚ ਉਲਝ ਗਏ। ਹੁਣ ਉਸ ਗਣਤੰਤਰ ਵਿੱਚੋਂ ਅਸੀਂ ਚੰਗਾ ਗਣਤੰਤਰ ਕਿੱਦਾਂ ਪੈਦਾ ਕਰਨਾ ਹੈ, ਉਹਦੇ ਲਈ ਅੱਜ ਦੀ ਜਿਹੜੀ ਡਿਬੇਟ ਹੈ ਇਹ ਅਸੀਂ ਕਰਨ ਜਾ ਰਹੇ ਹਾਂ। ਬੇਸ਼ੱਕ ਇਸ ਪ੍ਰੋਗਰਾਮ ਦਾ ਨਾਮ ਅਸੀਂ ਰੰਦਾ ਰੱਖਿਆ, ਸਿਆਸੀ ਰੰਦਾ। ਹੁਣ ਤੇ ਚਲੋ ਇਹ ਕਿਹਾ ਜਾ ਸਕਦਾ ਹੈ ਕਿ ਜਿੰਨੀ ਦੇਰ ਤੱਕ ਚੋਣਾਂ ਹੋ ਰਹੀਆਂ ਨੇ ਤੇ ਰੰਦਾ ਲੋਕਾਂ ਵੱਲੋਂ ਸਿਆਸੀ ਧਿਰਾਂ ਦੇ ਸਵਾਲਾਂ ਦੇ ਹਿਸਾਬ ਨਾਲ ਲਾਇਆ ਜਾਊ, ਪਰ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਅਗਲੇ 5 ਸਾਲ ਇਹੀ ਰੰਦਾ ਸਿਆਸੀ ਲੋਕ ਸਾਡੇ ਉੱਤੇ ਲਾਉਣ, ਭਾਵ ਸਾਡਾ ਨੁਕਸਾਨ ਹੋਵੇ। ਪਰ ਅੱਜ ਦੀ ਜਿਹੜੀ ਡਿਬੇਟ 'ਚ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ, ਜਿਨ੍ਹਾਂ ਸ਼ਖਸੀਅਤਾਂ ਦੇ ਰੂਬਰੂ ਕਰਾ ਰਹੇ ਹਾਂ, ਉਹਦੇ ਵਿੱਚ ਮੇਰੇ ਬਿਲਕੁਲ ਸਾਹਮਣੇ ਬੈਠੇ ਨੇ ਕਾਂਗਰਸ ਪਾਰਟੀ ਤੋਂ ਡਾਕਟਰ ਕਰਨ ਸੋਨੀ ਜੀ, ਜਿਹੜੇ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਉਹਨਾਂ ਦਾ ਭਵਿੱਖੀ ਏਜੰਡਾ ਕੀ ਹੈ। ਤੇ ਬਿਲਕੁਲ ਸੈਂਟਰ ਵਿੱਚ ਸਾਡੇ ਕੋਲ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਮਲਜੀਤ ਸਿੰਘ ਦੂਆ ਜੀ, ਜਿਨ੍ਹਾਂ ਨੂੰ ਤੁਸੀਂ ਦੂਆ ਜੀ ਕਰਕੇ ਜਾਣਦੇ ਹੋ। ਤੇ ਭਾਰਤੀ ਜਨਤਾ ਪਾਰਟੀ ਨੂੰ ਅੱਜ ਰਿਪਰੈਜ਼ੈਂਟ ਕਰਨਗੇ ਬਿਲਕੁਲ ਮੇਰੇ ਨਾਲ ਬੈਠੇ ਆ ਗੁਰਦੀਪ ਸਿੰਘ ਜੀ ਗੋਸ਼ਾ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੁਝਾਰ ਟਾਈਮ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਮੈਂ ਆਪਣੇ ਨਾਲ ਛੋਟੇ ਵੀਰ ਤੋਂ ਸ਼ੁਰੂ ਕਰਾਂਗਾ, ਗੁਰਦੀਪ ਗੋਸ਼ਾ ਜੀ ਤੋਂ। ਵੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਨੂੰ ਲੈ ਕੇ ਜੋ ਸੁਪਨਾ ਉਹ ਨਵਾਂ ਵਿਖਾਉਣ ਜਾ ਰਹੇ ਆ, ਅਕਾਲੀ ਦਲ ਨਾਲ ਟੁੱਟ ਕੇ, ਉਹਦਾ ਚੋਣ ਮੈਨੀਫੈਸਟੋ ਅਜੇ ਤੱਕ ਜਾਰੀ ਨਹੀਂ ਹੋਇਆ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਸਭ ਤੋਂ ਪਹਿਲਾਂ ਤਾਂ ਬਲਵਿੰਦਰ ਸਿੰਘ ਜੀ, ਤੁਹਾਡਾ ਜੁਝਾਰ ਟਾਈਮਸ ਦਾ ਖਾਸ ਕਰਕੇ ਰੰਦਾ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਗੱਲ ਇੱਦਾਂ ਹੈ ਜੀ, ਸਾਡਾ ਜਿਹੜਾ ਹੈਗਾ ਵੀ ਪੰਜਾਬ ਦੀ ਗੱਲ ਕੀਤੀ, ਨਵੇਂ ਪੰਜਾਬ ਦੀ ਗੱਲ ਕੀਤੀ ਗਈ। ਨਵਾਂ ਪੰਜਾਬ ਕੀ ਆ? ਪੰਜਾਬ ਜਿਹੜਾ ਪਹਿਲਾਂ ਮੋਹਰੀ ਕਤਾਰ ਦੇ ਵਿੱਚ ਹੁੰਦਾ ਸੀ, ਅੱਜ 23ਵੇਂ 24 ਨੰਬਰ ਤੇ ਜਾ ਰਿਹਾ। ਉਹਦਾ ਕਾਰਨ ਇੱਥੇ ਦਾ ਮਾਹੌਲ, ਇੱਥੇ ਦੀ ਜਿਹੜੀਆਂ ਸਰਕਾਰਾਂ ਜਿਹੜੀਆਂ ਚੱਲੀਆਂ, ਉਹਦੇ ਕਰਕੇ ਲਗਾਤਾਰ ਜਿਹੜਾ 20-25 ਸਾਲ ਤੋਂ ਪਿਛਾਂ ਨੂੰ ਜਾ ਰਿਹਾ। ਤੇ ਜਦ ਕਿ ਪੰਜਾਬ ਨੂੰ ਜਦ ਨਾਮ ਦਿੱਤਾ ਜਾਂਦਾ ਸਮੁੱਚੀ ਦੁਨੀਆ 'ਚ, ਤੇ ਪੰਜਾਬ ਕਹਿੰਦਾ ਪੰਜਾਬੀ ਹਰ ਗੱਲ ਦੇ ਅੱਗੇ, ਪਰ ਤਰੱਕੀ 'ਚ ਅੱਗੇ ਕਿਉਂ ਨਹੀਂ? ਤਰੱਕੀ 'ਚ ਅੱਗੇ ਕਿਉਂ ਨਹੀਂ? ਕਿਉਂਕਿ ਮਾਹੌਲ ਸਾਡੇ ਵਿੱਚ, ਮਾਹੌਲ ਜਿਹੜਾ ਐਟਮੋਸਫੇਅਰ ਹੈ ਇੰਨਾ ਕੁ ਮਤਲਬ ਮਾੜਾ ਕਰ ਦਿੱਤਾ ਗਿਆ। ਇੱਥੇ ਸਾਡੇ ਜਿਹੜੇ ਬੱਚੇ ਆ, ਨੌਜਵਾਨ ਹੁੰਦੇ ਆ, +2 ਕਰਦੇ ਆ, ਉਹਨਾਂ ਤੱਕ ਧਿਆਨ ਜਾਂਦਾ ਕਿ ਅਸੀਂ ਬਾਹਰਲੇ ਪਾਸੇ ਜਾਈਏ, ਫੋਰਨ ਚਲ ਜਾਈਏ, ਬਾਹਰ ਜਾ ਕੇ ਤਰੱਕੀ ਕਰ ਰਹੇ ਹਾਂ, ਬਾਹਰਲੇ ਸੂਬਿਆਂ 'ਚ ਜਾ ਕੇ ਤਰੱਕੀ ਕਰ ਰਹੇ ਹਾਂ, ਬਾਹਰ ਫੋਰਨ ਜਾ ਕੇ ਤਰੱਕੀ ਕਰ ਰਹੇ ਹਾਂ। ਸਵਾਲ ਸੀ ਕਿ ਤੁਹਾਡਾ ਚੋਣ ਮੈਨੀਫੈਸਟੋ ਨਹੀਂ ਚੋਣ ਮੈਨੀਫੈਸਟੋ ਅਸੀਂ ਥੋੜੇ ਰਹਿ ਗਏ ਤੇ ਏਜੰਡਾ ਅਸੀਂ ਅੱਜ ਵੀ 11 ਪੁਆਇੰਟ ਪਹਿਲਾਂ ਵੀ ਕੀਤੇ, ਅੱਜ ਵੀ ਚੋਣ ਮੈਨੀਫੈਸਟੋ ਦੀ ਤਿਆਰੀ ਚੱਲਦੀ, ਉਹਦੇ ਵਿੱਚ ਤਕਰੀਬਨ ਹੋ ਚੁੱਕੀਆਂ ਚੀਜ਼ਾਂ। ਅਸੀਂ ਲੋਕਾਂ ਤੋਂ ਲੈ ਰਹੇ ਗੱਲਾਂ, ਲੋਕ ਕੀ ਚਾਹੁੰਦੇ? ਲੋਕ ਅੱਜ ਪੰਜਾਬ ਦੀ ਤਰੱਕੀ ਚਾਹੁੰਦੇ ਆ, ਲੋਕ ਅੱਜ ਕਿਸਾਨੀ ਦੀ ਤਰੱਕੀ ਚਾਹੁੰਦੇ ਆ, ਲੋਕ ਅੱਜ ਵਪਾਰ ਦੀ ਤਰੱਕੀ ਚਾਹੁੰਦੇ ਆ, ਲੋਕ ਅੱਜ ਨੌਜਵਾਨ ਜਿਹੜੇ ਨੌਕਰੀ ਤੋਂ ਆਵਾਜ਼ਾਰ ਹੋ ਕੇ ਬਾਹਰਲੇ ਸਟੇਟਾਂ 'ਚ ਜਾ ਰਹੇ ਜਾਂ ਬਾਹਰਲੇ ਦੇਸ਼ਾਂ 'ਚ ਜਾ ਰਹੇ। ਮੈਂ ਉੱਥੇ ਗੱਲ ਲੈ ਕੇ ਆ ਰਿਹਾ ਸੀ, ਮਤਲਬ ਹਾਲਾਤ ਇੰਨੇ ਵੱਧ ਤੋਂ ਬੱਤਰ ਹੋਈ ਜਾ ਰਹੇ ਆ। ਤੇ ਜੇ ਮੈਂ ਬਾਰ-ਬਾਰ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ, ਜੇ ਕਿਤੇ ਆਇਲਸ ਦਾ ਜਿਹੜਾ ਆਇਲਸ ਕਰਦੇ ਆ ਆਪਾਂ, ਜੇ ਕਿਤੇ ਉਹ ਕਹਿੰਦੇ ਨਾ ਬਾਹਰਲੇ ਦੇਸ਼ਾਂ ਵਾਲੇ ਵੀ ਬਗੈਰ ਆਇਲਸ ਤੋਂ ਵੀ ਹੱਸਦੇ, ਤੇ ਮੇਰੇ ਖਿਆਲ ਸਾਰਾ ਪੰਜਾਬ ਸਾਡਾ ਨੌਜਵਾਨਾਂ ਦਾ ਖਾਲੀ ਜੇ। ਤੇ ਇਹਦੇ ਲਈ ਚਿੰਤਾ ਕਰਨ ਦੀ ਜ਼ਰੂਰਤ ਹੈ। ਜਿਹੜਾ ਸਾਡਾ ਚੋਣ ਮੈਨੀਫੈਸਟੋ ਚੌਂ ਪੱਖੀ ਵਿਕਾਸ ਹੈ, ਉਹਦੇ ਵਿੱਚ ਵਪਾਰ ਵੀ ਹੈ, ਉਹਦੇ ਵਿੱਚ ਕਿਸਾਨੀ ਵੀ ਹੈ, ਉਹਦੇ 'ਚ ਮਜ਼ਦੂਰ ਦਾ ਵੀ ਸੋਚਿਆ ਹੈ, ਹਰ ਚੀਜ਼ ਬਾਰੇ ਸੋਚਿਆ ਹੈ, ਛੋਟੇ ਦੁਕਾਨਦਾਰਾਂ ਬਾਰੇ, ਟ੍ਰੇਡਰ ਬਾਰੇ ਵੀ ਸੋਚਿਆ ਹੈ। ਕੱਲਾ ਇਹ ਨਹੀਂ ਵੀ ਵੱਡੀ ਇੰਡਸਟਰੀ ਦੀ ਗੱਲ ਹੈ, ਛੋਟੇ ਟ੍ਰੇਡਰ ਨੂੰ ਵੀ ਕਿੱਦਾਂ ਇੱਥੇ ਟਿਕਾਇਆ ਜਾਵੇ। ਮੈਨੀਫੈਸਟੋ ਦੇ ਹੋਰ ਕਿੰਨਾ ਸਮਾਂ ਲੱਗੂ? ਮੇਰੇ ਸਾਨੂੰ ਤਕਰੀਬਨ ਤਿਆਰ ਹੀ ਹੈ ਜੀ, ਹੁਣ ਬਸ ਮੋਹਰ ਹੀ ਲੱਗ ਗਈ ਹੋਈ ਹੈ ਤਕਰੀਬਨ ਲੋਕਾਂ ਦੇ ਵਿੱਚ ਆਉਣ, ਕਿਉਂਕਿ ਅਸੀਂ 11 ਪੁਆਇੰਟ ਦੇ ਚੁੱਕੇ ਹਾਂ, ਫਾਰਮਰ ਦੀ ਵੀ ਗੱਲ ਕਰ ਚੁੱਕੇ ਹਾਂ, ਅਸੀਂ ਵਪਾਰ ਦੀ ਵੀ ਗੱਲ ਕਰ ਚੁੱਕੇ ਹਾਂ, ਅਸੀਂ ਮਜ਼ਦੂਰਾਂ ਦੀ ਵੀ ਗੱਲ ਵੀ ਕੀਤੀ ਹੈ। ਸੋ ਦੂਆ ਸਾਹਿਬ, ਇਹੀ ਸਵਾਲ ਮੇਰਾ ਪਹਿਲਾਂ ਤੁਹਾਨੂੰ ਵੀ ਹੈ ਕਿ ਜਿਸ ਆਧਾਰ ਤੇ ਇਲੈਕਸ਼ਨ ਲੜੀ ਜਾਣੀ, ਜਿਹੜੇ ਸੁਪਨਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾਣੀ ਹੈ, ਉਹੀ ਚੋਣ ਮੈਨੀਫੈਸਟੋ 'ਚ ਦੇਰੀ ਕਿਉਂ, ਖਾਸ ਕਰ ਤੁਹਾਡੀ ਪਾਰਟੀ ਤੇ ਖੇਤਰੀ ਹੈ? ਸਾਡੇ ਚੋਣ ਮੈਨੀਫੈਸਟੋ ਦੀ ਦੇਰੀ ਨਹੀਂ, ਜਿਹੜੇ ਸਾਡੇ ਐਲਾਨ ਨੇ ਜਿਹੜੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਅਸੀਂ ਦੱਸ ਰਹੇ ਹਾਂ। ਦੇਖੋ ਪੰਪਲੇਟ ਆ, ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ
ਅਜਿਹੀਆਂ ਪਾਰਟੀਆਂ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੇ ਉੱਪਰ ਰਾਜ ਕੀਤਾ। ਇਹਦੇ 'ਚ ਕੁਝ ਇਹ ਗੱਲ ਕੋਈ ਕਹਿਣੀ ਕੋਈ ਗਲਤ ਗੱਲ ਨਹੀਂ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਸਾਡਾ ਹਿੱਸਾ ਰਹੀ ਆ ਸਰਕਾਰ ਦੇ ਵਿੱਚ, ਇਹਨਾਂ ਨੇ ਵੀ ਨੁਮਾਇੰਦਗੀ ਕੀਤੀ ਆ ਪਿਛਲੇ 10 ਸਾਲ ਤੋਂ। ਕਹਿੰਦੇ ਲੋਕ ਤੇ ਗੱਲ ਸਿਰਫ ਇੰਨੀ ਰਹਿ ਜਾਂਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਹਿਣੀ ਤੇ ਕਰਨੀ ਦੇ ਪੱਕੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਆਪਾਂ ਜਾਣਦੇ ਹਾਂ, ਉਹਨਾਂ ਨੇ ਹਮੇਸ਼ਾ ਹੀ ਪੰਜਾਬੀ ਤੇ ਪੰਜਾਬੀ ਦੀ ਗੱਲ ਕੀਤੀ ਆ। ਜਿੰਨਾ ਵੀ ਵਿਕਾਸ ਜੋ ਆਪਾਂ ਪਿਛਲੇ 10 ਸਾਲ ਜਿਹੜਾ ਆਪਣਾ ਹੋਇਆ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਾਂਝੀ ਸਰਕਾਰ ਸੀ, ਉਦੋਂ ਆਪਾਂ ਸਾਰੇ ਜਾਣਦੇ ਹਾਂ। ਇਹਦੇ 'ਚ ਮੈਂ ਬਾਰ-ਬਾਰ ਉਹ ਗੱਲਾਂ ਦਿਖਾਊਂਗਾ, ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਤੁਸੀਂ ਗੱਲ ਕੀਤੀ ਆ ਵੀ ਹੁਣ ਅਸੀਂ ਕੀ ਪਲਾਨ ਲੈ ਕੇ ਆਏ ਹਾਂ। 20 ਤੋਂ ਵੱਧ ਪ੍ਰੋਗਰਾਮ ਜਿਹੜੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਆ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ, ਬਸਪਾ ਦਾ ਕੈਂਡੀਡੇਟ ਆ, ਇਹ ਜਦੋਂ ਕਿਸੇ ਵੀ ਪਾਸੇ ਜਾ ਕੇ ਆਪਣੀ ਗੱਲ ਕਰਦਾ, ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਦੀ ਜਿਹੜਾ ਆਉਣ ਵਾਲੀ ਸਰਕਾਰ ਦਿੱਤਾ ਜਾਊਗਾ, ਉਹ ਲਿਖਤੀ ਰੂਪ ਤੇ ਇਹਨੂੰ ਪੰਫਲੇਟ ਨੂੰ ਬਣਦਾ। ਇਹ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵਾਸੀਆਂ ਵਾਸਤੇ ਇੱਕ ਐਗਰੀਮੈਂਟ ਆ, ਰਿਟਨ ਐਗਰੀਮੈਂਟ ਆ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਵੀ ਗੱਲ ਕਹੀ ਆ ਕਿ ਜਿਹੜਾ ਚੋਣ ਵਾਅਦਾ ਅਸੀਂ ਕਰਾਂਗੇ ਉਹਨੂੰ ਇੱਕ ਐਗਰੀਮੈਂਟ ਮੰਨਿਆ ਜਾਵੇ। ਆਉਣ ਵਾਲੀਆਂ ਪਾਰਟੀਆਂ ਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਸਾਡਾ ਚੋਣ ਮੈਨੀਫੈਸਟੋ ਹੋਊਗਾ, ਇੱਕ ਐਗਰੀਮੈਂਟ ਹੋਊਗਾ। ਇਹ ਕੁਝ ਪ੍ਰੋਗਰਾਮ ਉਹਨਾਂ ਨੇ ਦਿੱਤੇ ਆ, ਜੇ ਤੁਸੀਂ ਕਹੋਗੇ ਤਾਂ ਮੈਂ ਬੋਲ ਕੇ ਵੀ ਸੁਣਾ ਸਕਦਾ, ਵੈਸੇ ਸਾਰਿਆਂ ਨੂੰ ਪਤਾ ਨਹੀਂ। ਹਾਈ ਕੋਰਟ 'ਚ ਫਿਰ ਕੀ ਸ਼੍ਰੋਮਣੀ ਅਕਾਲੀ ਦਲ PIL ਪਾਏਗਾ ਕਿ ਇਹ ਜਿਹੜਾ ਚੋਣ ਮੈਨੀਫੈਸਟੋ ਆ ਇਸ ਨੂੰ ਲੀਗਲ ਐਗਰੀਮੈਂਟ ਮੰਨਿਆ ਜਾਵੇ? ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਆ ਕਿ ਜੋ ਆਪਾਂ ਹੋਊਗਾ ਕਿ ਨਹੀਂ ਹੋਊਗਾ ਜੀ, ਜੇ ਉਹ ਪਾਰਟੀ ਜੋ ਵੀ ਆਪਣਾ ਜਿਹੜੀ ਚੋਣ ਕਮੇਟੀ ਹੈਗੀ ਆ, ਜਿਹੜੀ ਆਪਣੀ ਕਮੇਟੀ, ਉਹ ਆਪਣਾ ਦੇਖੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਗੱਲ ਕਹਿਣੀ ਤੇ ਕਰਨੀ ਦੋਨਾਂ 'ਚ ਬੜਾ ਅੰਤਰ ਹੈ ਨਾ। ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਉੱਪਰ ਰਾਜ ਕੀਤਾ ਵਾ, ਆਪਾਂ ਵੀ ਜਾਣਦੇ ਹਾਂ, ਤੁਸੀਂ ਵੀ ਜਾਣਦੇ ਹੋ ਫਰੈਂਡ ਸਾਹਿਬ। ਕੋਈ ਇਹ ਜਿਹੜੇ ਸਾਰੇ ਕੰਮ ਕੀਤੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ, ਉਸ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ 5 ਵਾਰ ਮੁੱਖ ਮੰਤਰੀ ਰਹੇ ਆ, ਲੋਕਾਂ ਨੂੰ ਉਹਨਾਂ ਦੇ ਭਰੋਸਾ ਹੈਗਾ। ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਵੀ ਇਹ ਗੱਲ ਜਾਣੀ ਜਾਂਦੀ ਕਿ ਜੋ ਕਹਿੰਦੇ ਉਹ ਕਰਦੇ ਹੈਗੇ ਆ। ਬਾਕੀ ਜਿਹੜਾ ਮੇਰਾ ਗੱਲ ਕਰਨ ਦਾ ਜਿਹੜਾ ਤੁਹਾਡੇ ਨਾਲ ਜਿਹੜਾ ਤਰੀਕਾ ਉਹ ਇਹੀ ਹੈ ਕਿ ਅਸੀਂ ਜਿਹੜੀ ਗੱਲ ਆ ਉਹ ਲਿਖਤੀ ਰੂਪ ਤੇ ਲਿਖ ਕੇ ਲੈ ਕੇ ਆ ਰਹੇ ਹਾਂ ਵੋਟਰਾਂ ਦੇ ਵਿੱਚ, ਉਹਨਾਂ ਨੂੰ ਦੱਸ ਰਹੇ ਹਾਂ ਪੰਜਾਬ ਦੇ ਵਾਸੀਆਂ ਨੂੰ, ਤੇ ਉਹ ਜਿਹੜੇ ਆ ਉਹ ਏਜੰਡਾ ਤਿਆਰ ਕੀਤਾ ਜਾਵੇ। ਸੋ ਡਾਕਟਰ ਸੋਨੀ ਸਾਹਿਬ, ਇਹੀ ਸਵਾਲ ਮੇਰਾ ਤੁਹਾਨੂੰ ਵੀ ਹੈ ਕਿ ਜਿਸ ਆਧਾਰ ਤੇ ਇਲੈਕਸ਼ਨ ਲੜੀ ਜਾਣੀ ਹੈ, ਜਿਨ੍ਹਾਂ ਸੁਪਨਿਆਂ ਨੂੰ ਵਿਖਾ ਕੇ ਇਲੈਕਸ਼ਨ ਲੜੀ ਜਾਣੀ, ਹਾਲਾਂਕਿ ਅਜਿਹੀ ਕਈ ਨੁਕਾਤੀ ਪ੍ਰੋਗਰਾਮ ਕਾਂਗਰਸ ਵੱਲੋਂ ਵੀ ਦਿੱਤਾ ਗਿਆ, ਸਿੱਧੂ ਸਾਹਿਬ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਮਾਡਲ ਦੀ ਗੱਲ ਕੀਤੀ ਗਈ ਹੈ। ਡਿਲੇ ਹੋਣ ਦਾ ਕਾਰਨ ਕੀ ਹੈ? ਕਿ ਇਹ ਤਾਂ ਨਹੀਂ ਤੁਹਾਨੂੰ ਲੱਗਦਾ ਕਿਤੇ ਵੀ ਸ਼ਾਇਦ ਕੋਈ ਸਾਡਾ ਚੋਣ ਮੈਨੀਫੈਸਟੋ ਬੜਾ ਵਧੀਆ ਕੋਈ ਦੂਜਾ ਚੋਰੀ ਨਾ ਕਰ ਲਵੇ, ਵੀ ਉਹ ਨਾ 2 ਪੁਆਇੰਟ ਉੱਤੇ ਵੱਧ ਲਿਖ ਲਵੇ? फर्स्ट ऑफ ऑल बलविंदर जी, आई रियली एक्नॉलेज यू। जो थोड़ा क्वेश्चन है बड़ा ही वैलिड है, बड़ा ही अच्छा है। इस तरह का कुछ नहीं लगता जिस तरह तुसी हुणे गल कीती सी भी कहनी ते करनी च कोई फर्क नहीं चाहिए। ते साडे तां पार्टी दे महात्मा गांधी जी ने ये गल नूं सिद्ध कीता, कहनी ते करनी उन्हां दी इक सी। जो उन्होंने कहा ते कीता, साडा बेसिक प्लेटफॉर्म भी यही है। असी कहनी और करनी दे विच ही विश्वास रखते हैं। ਜਿਹੜਾ ਸਿੱਧੂ ਸਾਹਿਬ ਨੇ ਚੋਣ ਮੈਨੀਫੈਸਟੋ ਅੱਜ ਤੁਸੀਂ ਦੇਖਿਆ ਹੋਵੇਗਾ ਫੇਸਬੁੱਕ ਤੇ ਲਾਗੂ ਕੀਤਾ, ਉਹ ਆਲਮੋਸਟ ਉਹਦਾ ਹੀ ਇੱਕ ਹਿੱਸਾ ਵਾ, ਤੇ ਬਹੁਤ ਹੀ ਜਲਦੀ ਇੰਟੈਗ੍ਰਿਟੀ ਦੇ ਵਿੱਚ ਇਹ ਚੋਣ ਮੈਨੀਫੈਸਟੋ ਲਾਗੂ ਕੀਤਾ ਜਾਏਗਾ। ਔਰ ਸੇਵਾ ਹੈ ਉਹ ਚਾਹੇ ਕੋਈ ਵੀ ਪਾਰਟੀ ਕਰਦੀ ਹੈ, ਭਾਜਪਾ ਕਰਦੀ ਹੈ, ਅਕਾਲੀ ਦਲ ਕਰਦਾ ਜਾਂ ਕਾਂਗਰਸ ਕਰਦਾ, ਜਿਹੜੇ ਕਿ ਚੋਣ ਮੈਨੀਫੈਸਟੋ ਨੂੰ ਜਿਹਦਾ ਵੀ ਵਧੀਆ ਹੋਏਗਾ ਬਹੁਤ ਅੱਛੀ ਗੱਲ ਆ, ਪਰ ਉਹ ਕਹਿਣੀ ਤੇ ਕਰਨੀ ਇੱਕ ਹੀ ਹੋਣੀ ਚਾਹੀਦੀ ਹੈ। ਮੈਂ ਇਸ ਗੱਲ 'ਚ ਵਿਸ਼ਵਾਸ ਰੱਖਦਾ। ਅੱਛਾ ਗੋਸ਼ਾ ਜੀ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਕ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਸੁਖਬੀਰ ਸਿੰਘ ਬਾਦਲ ਜੀ ਹੋਣਗੇ, ਕਾਂਗਰਸ ਵੱਲੋਂ ਵੀ ਕਲੀਅਰ ਕਰ ਦਿੱਤਾ ਗਿਆ, ਆਮ ਆਦਮੀ ਪਾਰਟੀ ਵੱਲੋਂ ਵੀ ਭਗਵੰਤ ਮਾਨ ਨੂੰ ਅਨਾਉਂਸ ਕਰ ਦਿੱਤਾ ਗਿਆ, ਭਾਜਪਾ ਵੱਲੋਂ ਕਿਉਂ ਨਹੀਂ, ਚਾਹੇ ਉਹ ਗੱਠਜੋੜੀ ਹੈ? ਦੇਖੋ, ਸਭ ਤੋਂ ਪਹਿਲਾਂ ਜਿਹੜੇ ਕਾਨੂੰਨੀ ਤਰੀਕੇ ਹੁੰਦਾ ਵੀ ਇਹ ਅਧਿਕਾਰ ਕਿਹਦੇ ਕੋਲ ਹੁੰਦੇ ਆ, MLA ਕੋਲ ਅਧਿਕਾਰ ਹੁੰਦੇ ਆ, ਕਿਉਂਕਿ ਅਸੀਂ ਫਸਟ ਟਾਈਮ ਇਸ ਬਿਲਕੁਲ ਅਲੱਗ ਤਰੀਕੇ ਨਾਲ ਲੜ ਰਹੇ ਹਾਂ। ਆਪਣੇ 117 ਸੀਟਾਂ ਤੇ ਲੜੇ, ਇਸ ਤੋਂ ਪਹਿਲਾਂ ਸਾਡੀ ਜਿਹੜੀ ਭਾਗੀਦਾਰੀ ਬੜੀ ਘੱਟ ਹੁੰਦੀ ਸੀਗੀ। ਹੁਣ ਅਸੀਂ ਸਾਡੇ ਜਿਹੜੇ MLA ਚੁਣੇ ਜਾਣਗੇ ਉਹੀ ਸਾਰੇ ਕਰਨਗੇ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਐਸੀ ਚਿਹਰਾ ਕਹਿ ਚੁੱਕੇ ਹਾਂ, ਐਸੀ ਚਿਹਰਾ ਬਣਾਵਾਂਗੇ, ਚੰਗਾ ਚਿਹਰਾ ਲੈ ਕੇ ਆਵਾਂਗੇ ਜਿਹੜਾ ਪੰਜਾਬ ਦੀ ਤਰੱਕੀ ਕਰੇ। ਦੇਖੋ, ਇਸ ਤੋਂ ਪਹਿਲਾਂ ਹਰਿਆਣਾ, ਮੇਰੀ ਗੱਲ ਸੁਣੋ, ਹਰਿਆਣਾ 'ਚ ਖੱਟਰ ਸਾਹਿਬ ਬਣੇ, ਮਨੋਹਰ ਸਿੰਘ, ਇੱਕ ਦਿਨ ਪਹਿਲਾਂ ਨਹੀਂ ਕਿਸੇ ਨੂੰ ਪਤਾ ਸੀ, ਉਹਦਾ ਵਾਧਾ ਹੋਇਆ ਨਾ। ਪਤਾ ਇਦਾਂ ਹੀ ਹੈ, ਖੂਬਸੂਰਤ ਤਰੀਕਾ ਹੈ, ਆਉਣ ਵਾਲੇ ਟਾਈਮ 'ਚ ਵੀ ਜਲਦੀ ਆ ਜਾਏਗਾ। ਯਾਨੀ ਕਿ ਇਹ ਵੀ ਇਹ 'ਚ ਕਿਹਾ ਜਾ ਸਕਦਾ ਕਿ ਓਲਾ ਰੱਖ ਕੇ ਚੱਲਿਆ ਜਾਵੇ? ਨਹੀਂ, ਓਲਾ ਰੱਖ ਕੇ ਨਹੀਂ ਚੱਲਿਆ ਜਾਵੇ, ਹਰ ਚੀਜ਼ ਦਾ ਇੱਕ ਵਕਤ ਹੁੰਦਾ, ਵਕਤਾਂ ਤੇ ਸਾਰਾ ਕੁਝ ਸਾਹਮਣੇ ਆ। ਤੁਹਾਨੂੰ ਕੀ ਲੱਗਦਾ ਕਿ ਧਰਮ ਦੀ ਰਾਜਨੀਤੀ ਇਲੈਕਸ਼ਨਾਂ ਵਿੱਚ ਕਰਨੀ ਚਾਹੀਦੀ ਹੈ ਕਿ ਨਹੀਂ? ਦੇਖੋ, ਮੈਂ ਤਾਂ ਸਾਰੀ ਗੱਲ ਕਹਿੰਦਾ, ਸਾਰੇ ਧਰਮ, ਜਦੋਂ ਇੱਕ CM ਬਣ ਜਾਂਦਾ ਜਾਂ ਇੱਕ MLA ਚੁਣਿਆ ਜਾਂਦਾ ਜਾਂ ਕਿਸੇ ਵੀ
ਕਾਨੂੰਨੀ ਤਰੀਕੇ ਨਾਲ ਜਿਹੜੀ ਪ੍ਰਕਿਰਿਆ ਦੇ ਚੋਣ ਦੇ ਵਿੱਚੋਂ ਨਿਕਲ ਕੇ ਜਿਹੜਾ ਬਾਹਰ ਆਉਂਦਾ ਉਹਦੇ ਵਾਸਤੇ ਸਾਰੇ ਬਰਾਬਰ ਹੁੰਦੇ ਆ, ਉਹਦਾ ਕੋਈ ਭਾਈਚਾਰਕ ਨਹੀਂ ਹੁੰਦਾ। ਭਾਜਪਾ ਦਾ ਇੱਕ ਪੱਛਮੀ ਲੁਧਿਆਣਾ ਤੋਂ ਕੈਂਡੀਡੇਟ ਹੈ, ਉਹਨਾਂ ਦੇ ਉੱਤੇ ਬੋਰਡ ਲੱਗਿਆ, ਉੱਤੇ ਲਿਖਿਆ ਹੈ ਕਿ ਜੋ ਰਾਮ ਕੋ ਲਾਏ ਹੈ ਉनको ਲਾएंगे, ਉਹਦਾ ਮਤਲਬ ਨਹੀਂ, ਇਹਦਾ ਮਤਲਬ ਇਦਾਂ ਵੀ ਇਹ ਇੱਕ ਸਲੋਗਨ ਹੈ, ਕਿਉਂਕਿ ਰਾਮ ਮੰਦਿਰ ਦਾ ਇੱਕ ਬੜਾ ਵੱਡਾ ਮੁੱਦਾ ਸੀਗਾ ਜਿਸ ਦੇ ਲੋਕਾਂ ਨੇ ਬੜੀ ਲੀਡਰੀ ਕੀਤੀ, ਪਰ ਅਸੀਂ ਉਹ ਮੁੱਦਾ ਹੱਲ ਕਰਤਾ। ਕਰਤਾਰਪੁਰ ਸਾਹਿਬ ਦਾ ਲਾਂਘੇ ਦਾ ਮੁੱਦਾ ਸੀਗਾ ਜਿਹੜਾ ਕਿੰਨੇ ਸਾਲਾਂ ਤੋਂ ਅਸੀਂ ਅਰਦਾਸਾਂ ਕਰ ਰਹੇ ਸੀ, ਉਹ ਮੁੱਦਾ ਹੱਲ ਕਰ ਦਿੱਤਾ। ਉਹਨਾਂ ਦਾ ਕਿਸੇ ਪਰਸਨਲ ਵੱਲੋਂ ਗਾਇਆ ਹੋਇਆ ਕਿਸੇ ਦੀ ਭਾਵਨਾ ਹੁੰਦੀ ਹੈ। ਸਲੋਗਨ ਲੱਗਿਆ ਬਕਾਇਦਾ ਬੋਰਡ ਤੇ ਇਲੈਕਸ਼ਨ ਦੇ ਵਿੱਚ ਲੱਗਿਆ, ਬਕਾਇਦਾ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਦੇਖੋ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਕਿ ਬਾਕੀ ਕਿਸੇ ਪਰਸਨਲ ਨੇ ਗਾਣਾ ਗਾਇਆ ਤੇ ਇਹ ਹੁਣ ਆਪਣੀ ਭਾਵ, ਹਰ ਬੰਦੇ ਦੀ ਆਪਣੀ ਭਾਵਨਾ ਕਰਨ ਦਾ ਤਰੀਕਾ ਹੈ। ਕੋਈ ਗਾਣਾ ਗਾ ਕੇ ਕਰ ਲੈਂਦਾ ਭਾਵਨਾ, ਕੋਈ ਵਿਅੰਗ ਦੇ ਤਰੀਕੇ ਨਾਲ ਕਰ ਦਿੰਦਾ, ਆਪਣੇ ਆਪਣੇ ਤਰੀਕੇ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਕਿੱਦਾਂ ਸੋਚਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਧਰਮ ਦੇ ਨਾਲ ਅਟੈਚ ਹੈ ਕਿਤੇ ਨਾ ਕਿਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖ-ਵੱਖ ਐਨਕ ਨਾਲ ਨਹੀਂ ਵੇਖਿਆ ਜਾ ਸਕਦਾ। ਨਹੀਂ, ਸ਼੍ਰੋਮਣੀ ਅਕਾਲੀ ਦਲ ਸਾਡੀ ਜਿਹੜੀ ਹੈ, ਪਹਿਲੇ ਸ਼੍ਰੋਮਣੀ ਅਕਾਲੀ ਦਲ, ਪਹਿਲੇ ਸ਼੍ਰੋਮਣੀ ਕਮੇਟੀ ਬਣੀ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਣ ਚ ਆਇਆ। ਇਹ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ, ਸਾਡਾ ਜਿਹੜਾ ਧਰਮ ਨੂੰ ਅਸੀਂ ਨਾਲ ਲੈ ਕੇ ਚੱਲਦੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਤੁਸੀਂ ਦੇਖਿਆ ਹੋਣਾ ਹਮੇਸ਼ਾ ਹੀ, ਚਾਹੇ ਕੋਈ ਵੀ, ਜਿੱਦਾਂ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਐਲਾਨ ਕੀਤਾ ਵਾ ਕਿ ਅਸੀਂ ਜਿਹੜੇ ਡਿਪਟੀ ਮੁੱਖ ਮੰਤਰੀ ਜਿਹੜੇ ਬਣਾਉਣੇ ਹੈਗੇ ਆ, ਵੱਖ-ਵੱਖ ਵਰਗਾਂ ਚੋਂ ਬਣਾਉਣੇ ਹੈਗੇ ਆ। ਸ਼੍ਰੋਮਣੀ ਅਕਾਲੀ ਦਲ ਦਾ ਤਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਵੀ ਆਪਾਂ ਸਾਰੇ ਪਰਿਬੰਧ ਜਾਣੂ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ, ਮੈਂ ਪਹਿਲੇ ਵੀ ਇਹ ਗੱਲ ਕਹਿ ਚੁੱਕਾ, ਇੰਨਾ ਸਮਾਂ ਬਾਹਰ ਜ਼ਿਆਦਾ ਗੱਲ ਸ਼੍ਰੋਮਣੀ ਅਕਾਲੀ ਵਾਸਤੇ ਦੱਸਣ ਦੀ ਲੋੜ ਨਹੀਂ ਹੈ। ਸੰਵਿਧਾਨ ਦੋ ਕਿਉਂ ਫਿਰ ਸ਼੍ਰੋਮਣੀ ਅਕਾਲੀ ਦਲ? ਕਿਸ ਚੀਜ਼ ਦਾ ਸੰਵਿਧਾਨ ਸਰ ਦੋ? ਸੰਵਿਧਾਨ ਇੱਕ ਪੰਜਾਬੀ ਪਾਰਟੀ ਦਾ ਦੇਖੋ ਉਸ ਤਰ੍ਹਾਂ ਲੜਨ ਦਾ, ਉਹਦਾ ਜਿਹੜਾ ਸ਼੍ਰੋਮਣੀ ਉਹਦਾ ਕੇਸ ਵੀ ਆਲਰੇਡੀ ਚੱਲਦਾ ਪਿਆ, ਮੇਰੇ ਖਿਆਲ 'ਚ ਇਹਨਾਂ ਨੂੰ ਜ਼ਿਆਦਾ ਨੌਲੇਜ ਹੋਏਗੀ। ਤੇ ਗਾਂ ਅੱਗੇ ਤਰੀਕ ਵੀ ਹੈ ਔਰ ਨੋਟਿਸ ਹੋਇਆ ਬਕਾਇਦਾ ਤੁਹਾਡੇ ਪਾਰਟੀ ਪ੍ਰਧਾਨ ਦੇ ਉੱਤੇ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ। ਦੇਖੋ ਸਰ, ਜਿਹੜੀ ਗੱਲ ਤੁਸੀਂ ਮੇਰੇ ਨਾਲ ਕੀਤੀ ਹੈ ਧਰਮ ਦਾ ਤੇ ਰਾਜਨੀਤੀ ਦਾ, ਉਹ ਸਾਡਾ ਸੁਮੇਲ ਹੈ। ਅਸੀਂ ਨਾਲ ਲੈ ਕੇ ਚੱਲਦੇ ਹਾਂ ਧਰਮ ਨੂੰ, ਆਪਣੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੈਗੇ ਹਾਂ। ਸ਼੍ਰੋਮਣੀ ਅਕਾਲੀ ਦਲ ਆਪਣੇ ਧਰਮ ਤੋਂ ਅੱਡ ਨਹੀਂ ਹੈ, ਨਾ ਹੀ ਕਿਸੇ ਹੋਰ ਧਰਮ ਦੀ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੂਗੇ। ਨਹੀਂ, ਮੇਰਾ ਉਹੀ ਹੈ ਨਾ, ਉਹਦੇ ਨਾਲ ਹੀ ਅਟੈਚ ਹੈ ਸਵਾਲ। ਫਿਰ ਸੰਵਿਧਾਨ ਦੋ ਕਿਉਂ? ਚਲੋ ਇਹ ਪਾਰਟੀ ਲੈਵਲ ਤੇ ਜੋ ਸਤਿਕਾਰਯੋਗ ਲੀਡਰ ਆ ਉਹ ਵੀ ਤੁਹਾਨੂੰ ਦੱਸ ਸਕਦੇ ਹੈਗੇ ਆ। ਜੋ ਮੇਰਾ ਸਵਾਲ ਇਹੀ ਹੈ, ਮੇਰਾ ਤੁਹਾਨੂੰ ਜਵਾਬ ਇਹੀ ਹੈ ਕਿ ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ ਵੀ ਜਿਹੜਾ ਨੌਜਵਾਨੀ ਦਾ ਦਾਇਰਾ ਹੈ, ਨੌਜਵਾਨੀ ਇਸ ਐਂਗਲ ਨੂੰ, ਜੋ ਆਪਾਂ ਹੁਣ ਥੋੜੀ ਜਿਹੀ ਗੱਲ ਕੀਤੀ ਹੈ, ਅੱਜ ਦਾ ਨੌਜਵਾਨ ਇਸ ਐਂਗਲ ਨੂੰ ਕਿੱਦਾਂ ਲਏਗਾ ਜਾਂ ਕਿੱਦਾਂ ਉਹਨੂੰ ਲੈਣਾ ਚਾਹੀਦਾ ਹੈ? ਇਹਦੇ ਉੱਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਧਰਮ ਦੀ ਰਾਜਨੀਤੀ ਜਾਂ ਫੁੱਟ ਪਾਉ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅੱਜ ਦੀ ਸਾਡੀ ਲੋੜ ਹੈ ਹਿਊਮਨ ਬੀਇੰਗ ਦੀ ਸੇਵਾ ਕਰਨਾ। ਬੀਇੰਗ ਹਿਊਮਨ ਹੋ ਕੇ ਹੀ ਅਸੀਂ ਦੇਖੋ ਜੇ ਕਿਸੇ ਦੇ ਸੱਟ ਲੱਗਦੀ ਆ, ਮੈਂ ਇਹ ਕਹਿਣਾ ਵੀ ਇਹ ਉਹਦਾ ਬਲੱਡ ਦਾ ਜਿਹੜਾ ਕਲਰ ਉਹ ਰੈੱਡ ਹੈ, ਉਹ ਲਾਲ ਆ। ਜੇ ਕਿਸੇ ਹੋਰ ਧਰਮ ਦਾ ਬੰਦਾ ਆਉਂਦਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਜੀ ਉਹਦੇ ਬਲੱਡ ਦਾ ਕਲਰ ਕੁਝ ਹੋਰ ਆ। ਤੇ ਜਦੋਂ ਤੁਸੀਂ ਕਿਸੇ ਡਾਕਟਰ ਕੋਲੋਂ ਇਲਾਜ ਕਰਨ ਜਾਂਦੇ ਹੋ, ਜੇ ਉਹ ਟਰਬਨ ਵਾਲਾ ਜਾਂ ਹਿੰਦੂ ਹੈ ਜਾਂ ਮੁਸਲਮਾਨ ਹੈ ਜਾਂ ਈਸਾਈ ਆ, ਅਸੀਂ ਇਹ ਦੇਖਦੇ ਹਾਂ ਕਿ ਡਾਕਟਰ ਕੌਣ ਵਧੀਆ ਵਾ। ਅਸੀਂ ਉਸ ਵੇਲੇ ਧਰਮ ਦੀ ਰਾਜਨੀਤੀ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ। ਤੇ ਮੇਰੀ ਸੋਚ ਇਹ ਹੈ ਕਿ ਇਹ ਗੱਲਾਂ ਤੋਂ ਸਾਨੂੰ ਹੁਣ ਉੱਪਰ ਉੱਠ ਜਾਣਾ ਚਾਹੀਦਾ। ਬਹੁਤ ਸਮੇਂ ਹੋ ਗਿਆ ਇਹਨਾਂ ਗੱਲਾਂ ਦੇ ਵਿੱਚ ਫਸੇ ਹੋਏ। ਬੇਸਿਕਲੀ ਹਿਊਮਨ ਬੀਇੰਗ ਦੀ ਸੇਵਾ ਹੋਣੀ ਚਾਹੀਦੀ ਹੈ। ਜਦੋਂ ਵੀ ਮੈਂ ਕਿਤੇ ਜਾਣਾ, ਜੇ ਇੱਕ ਆਮ ਇਨਸਾਨ ਸੜਕ ਦੇ ਉੱਤੇ ਜੇ ਕਿਸੇ ਡੌਗ ਦੇ ਜਾਂ ਕਿਸੇ ਚੋਟ ਲੱਗੀ ਹੋਈ ਆ, ਉਹਦੇ ਮਨ 'ਚ ਹਮਦਰਦੀ ਆਉਂਦੀ ਆ ਕਿ ਮੈਂ ਇਹਦਾ ਟ੍ਰੀਟਮੈਂਟ ਕਰਾ ਦਾਂ ਜਾਂ ਇਹਨੂੰ ਮੈਂ ਪਾਣੀ ਦੇ ਦੇਵਾਂ, ਤਾਂ ਜਾਂ ਮੈਂ ਇਹਨੂੰ ਕੁਝ ਇਸ ਤਰ੍ਹਾਂ ਦਾ, ਮਤਲਬ ਇਹਦਾ ਕੀ ਇਲਾਜ ਹੋ ਸਕਦਾ ਹੈ। ਤੇ ਫਿਰ ਅਸੀਂ ਤਾਂ ਸਾਰੇ ਇਨਸਾਨ ਆ ਤੇ ਸਾਨੂੰ ਇਸ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ। ਅੱਛਾ, ਇੱਕ ਸਵਾਲ ਦੂਆ ਸੀ ਇਹ ਵੀ ਜਿਹੜਾ ਚੋਣ ਮੈਨੀਫੈਸਟੋ ਇਹਦੇ ਵਿੱਚ ਵੀ ਹੈ, ਤੇ ਤਕਰੀਬਨ ਇਹ ਮੈਂ ਤੁਹਾਨੂੰ ਤਿੰਨਾਂ ਨੂੰ ਸਾਂਝਾ ਕਰਾਂਗਾ, ਪਰ ਸ਼ੁਰੂਆਤ ਤੁਹਾਡੇ ਤੋਂ ਕਰਦਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਹਾਂਜੀ। ਸਾਡਾ ਪਾਣੀ ਥੱਲੇ ਚਲਿਆ ਗਿਆ, ਹਾਂਜੀ। ਜ਼ਮੀਨ ਸਾਡੀ ਨਸ਼ੀੜੀ ਹੋ ਗਈ, ਵਾਤਾਵਰਨ ਸਾਡਾ ਗੰਦਲਾ ਹੋ ਗਿਆ। ਮੇਰੇ ਖਿਆਲ ਤਿੰਨੇ ਪਾਰਟੀਆਂ ਤੁਸੀਂ ਬੈਠੇ ਹੋ, ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਨਾ। ਔਰ ਖੇਤੀ ਵਿਭਿੰਨਤਾ ਇੱਕ ਰਾਹ ਬਚਦਾ, ਉਹਦੇ ਵਾਸਤੇ ਤੁਹਾਡੇ ਅਕਾਲੀ ਦਲ ਦੀ ਕੀ ਪਾਲਿਸੀ? ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੋਣ ਮੈਨੀਫੈਸਟੋ ਵਿੱਚ ਹੈ ਹਾਂਜੀ ਜਾਂ ਆਉਣ ਦੀ ਸੰਭਾਵਨਾ ਹੈ, ਉਹਦੇ ਤੇ, ਕਿਉਂਕਿ ਇਹ ਜਿਹੜੀ ਡਿਬੇਟ ਹੈ ਇਹ ਸਾਡੇ ਨੌਜਵਾਨ ਵੇਖ ਰਹੇ ਆ ਤੇ ਉਹਨਾਂ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਵਾਸਤੇ ਭਵਿੱਖ ਵਿੱਚ ਕੀ ਹੈ। ਦੇਖੋ ਜੀ, ਇਹਦੇ ਚ ਸਾਡੇ ਕੋਲ ਕੋਈ 5-6 ਪੁਆਇੰਟ ਦਿੱਤੇ ਹੋਏ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜੋ ਐਲਾਨੇ ਗਏ ਆ। ਖੇਤੀਬਾੜੀ ਲਈ 10 ਰੁਪਏ ਪ੍ਰਤੀ ਲੀਟਰ ਜਿਹੜਾ ਸਸਤਾ ਡੀਜ਼ਲ ਦਿੱਤਾ ਜਾਊਗਾ ਕਿਸਾਨੀ ਨੂੰ। ਜਿਹੜੀ ਆਪਣਾ ਦੁਧਾਰੂ ਪਸ਼ੂ ਰੱਖਣੇ ਆ ਔਰਤਾਂ ਨੇ, ਉਹਨਾਂ ਨੂੰ ਜਿਹੜਾ ਆਪਣਾ ਲੋਨ ਦਿੱਤਾ ਜਾਊਗਾ ਵਿਆਜ ਮੁਕਤ। ਮੈਂ ਖੇਤੀ ਵਿਭਿੰਨਤਾ ਦੀ ਗੱਲ ਕੀਤੀ ਹੈ ਤੇ ਫ੍ਰੀ ਵਾਲੀ ਗੇਮ ਤੇ ਆਪਾਂ ਬਾਅਦ ਚ ਆਉਂਦੇ ਹਾਂ। ਸਰ, ਸਾਰੇ ਕਿਸਾਨਾਂ ਨੂੰ ਟਿਊਬਲ ਕਨੈਕਸ਼ਨ ਦੇਣ ਤੋਂ ਇਲਾਵਾ ਲਿਫਟਿੰਗ ਅਤੇ ਪਾਈਪਲਾਈਨ ਸਿੰਚਾਈ ਪ੍ਰਣਾਲੀ ਦੇ ਵਿਕਾਸ ਕਰਨ ਵਾਸਤੇ ਉਹਨਾਂ ਨੇ ਕਿਹਾ। ਮੇਰਾ ਸਵਾਲ ਖੇਤੀ ਵਿਭਿੰਨਤਾ ਨੂੰ ਲੈ ਕੇ ਹੈ, ਨਾ ਕਿ ਖੇਤੀ ਨੂੰ ਦਿੱਤੀਆਂ ਜਾਣ ਵਾਸਤੀਆਂ ਸਹੂਲਤਾਂ ਵਾਸਤੇ। ਖੇਤੀ ਵਿਭਿੰਨਤਾ ਚ ਕੀ ਹੈ?
ਸਰ ਮੈਂ ਤੁਹਾਨੂੰ ਦੱਸ ਰਿਹਾ ਜੀ ਉਹਨਾਂ ਦੇ ਜਿਹੜੀ ਡਰੇਨ ਸਿਸਟਮ ਹੈ ਜਾਂ ਉਹਨਾਂ ਦੇ ਦੁਆਰਾ ਉਹਨੂੰ ਰੀਸਰਕੂਲੇਸ਼ਨ ਕਰਨਾ ਹੈਗਾ। ਅੱਛਾ ਚਲੋ ਮੈਂ ਇਹ ਸਵਾਲ ਗੋਸ਼ਾ ਜੀ ਤੁਹਾਡੇ ਕੋਲੋਂ ਕਰਦਾ ਵੀ ਖੇਤੀ ਵਿਭਿੰਨਤਾ ਬਾਰੇ ਭਾਰਤੀ ਜਨਤਾ ਪਾਰਟੀ ਕੀ ਸੋਚਦੀ ਹੈ, ਕਿਉਂਕਿ ਨੈਸ਼ਨਲ ਪਾਰਟੀ ਹੈ। ਦੋਸਤੋਂ ਬਾਅਦ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਬੋਪਰ ਸਾਹਿਬ ਵੀ ਪਾਣੀ ਬਹੁਤ ਡਾਊਨ ਜਾ ਰਿਹਾ, ਪਾਣੀ ਬਚੂਗਾ ਤੇ ਖੇਤੀ ਬਚੂਗੀ। ਅਸੀਂ ਪਾਣੀ ਬਚਾਉਣ ਦਾ ਕੰਮ ਨਹੀਂ, ਅਸੀਂ ਜਿਹੜੀਆਂ ਵੱਖਰੀਆਂ ਫਸਲਾਂ ਦੀ ਆਰਗੈਨਿਕ ਇਹਨਾਂ ਨੂੰ ਡਿਜੀਟਲ ਦੱਸਾਂਗੇ ਵੀ ਖੇਤੀ ਕਰਨੀ ਕਿੱਦਾਂ ਆ, ਖੇਤੀ ਕਿਹੜੀ ਚੀਜ਼ ਲਾਣੀ ਜਿਹਦੇ ਨਾਲ ਆਪਾਂ ਨੂੰ ਆਊਟਪੁੱਟ ਵੀ ਜ਼ਿਆਦਾ ਆਵੇ ਤੇ ਲੋਕਾਂ ਦਾ ਫਾਇਦਾ ਵੀ ਹੋਵੇ। ਤੇ ਨਾਲ ਦੂਜੀ ਗੱਲ ਦੇਖੋ ਅਸੀਂ ਫਾਰਮਰ ਵਾਸਤੇ 5000 ਕਰੋੜ ਰੁਪਇਆ ਰੱਖਿਆ ਪਰ ਈਅਰ ਵੀ ਖੇਤੀ ਦੀਆਂ ਵਿਭਿੰਨਤਾ ਦੱਸਣੀਆਂ, ਜਿਹਦੇ ਵਿੱਚ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਨੂੰ ਕੰਪਿਊਟਰਾਈਜ਼ਡ ਕਰਾਂਗੇ, ਕਿਉਂਕਿ ਡਿਜੀਟਲ ਜ਼ਮਾਨਾ ਹੈ। ਜੇ ਡਿਜੀਟਲ ਨਹੀਂ ਦੱਸਾਂਗੇ ਤੇ ਕੁਝ ਪਤਾ ਨਹੀਂ ਲੱਗੂਗਾ। ਉਹ ਤੋਂ ਨਾਲ ਡਰੋਨ ਦੇ ਸਿਸਟਮ ਨਾਲ ਵੀ ਦਿਖਾਇਆ ਜਾਊਗਾ ਖੇਤੀ ਕਿੱਦਾਂ ਕਰਨੀ ਹੈ। ਦੂਜੀ ਆਰਗੈਨਿਕ ਖੇਤੀ ਬੜਾ ਜ਼ਰੂਰੀ ਹੈ, ਕਿਉਂਕਿ ਅੰਡਜ ਜੇਰਜ ਸਿਹਤ ਉਤਪਜ 4 ਤਰ੍ਹਾਂ ਦਾ ਜੀਵਨ ਦੱਸਿਆ ਗਿਆ ਗੁਰਬਾਣੀ ਦੇ ਹਿਸਾਬ ਨਾਲ। ਉਤਪਜ ਵੀ ਇੱਕ ਜੀਵਨ ਹੈ ਤੇ ਆਪਾਂ ਜੀਵਨ ਦੇ ਵਿੱਚ ਜ਼ਹਿਰ ਜਾ ਰਿਹਾ, ਪੈਸਟੀਸਾਈਡ ਜਿਹੜੀਆਂ ਮੈਡੀਸਨ ਪੈ ਰਹੀਆਂ ਜ਼ਰੂਰਤ ਤੋਂ ਵੱਧ ਪੈਣ ਲੱਗ ਪਈਆਂ। ਪਰ ਯੂਨੀਵਰਸਿਟੀ ਦੇ ਪੰਜਾਬ ਚ ਇੱਕ ਹੈ ਜਿੰਨਾ ਤੁਸੀਂ ਮਾਡਲ ਦੱਸਿਆ ਹੈ, ਇਹਦੇ ਲਈ ਕਿਸੇ ਯੂਨੀਵਰਸਿਟੀ ਦਾ ਹੋਣਾ ਤਾਂ ਜ਼ਰੂਰੀ ਹੈ ਨਾ। ਨਹੀਂ ਬਿਲਕੁਲ ਯੂਨੀਵਰਸਿਟੀ ਦੇ ਤਾਂ ਮੁਲਾਜ਼ਮ ਤਨਖਾਹਾਂ ਤੇ ਚਾਹੇ ਤੁਹਾਡੇ ਵੇਲੇ ਵੀ ਸਰਕਾਰ 10 ਸਾਲ ਦੀ ਭਾਈਵਾਲ ਰਹੇ ਹੋ, ਉਦੋਂ ਵੀ ਉਹ ਹੜਤਾਲਾਂ ਤੇ ਬੈਠੇ ਸੀ ਕਾਂਗਰਸ। ਅੱਜ ਵੀ ਨਾ ਸਾਡੇ ਕੇਂਦਰੀ ਮੰਤਰੀ ਜਿਹੜੇ ਗਜਿੰਦਰ ਸਿੰਘ ਸ਼ੇਖਾਵਤ ਸਾਹਿਬ ਸੀ, ਉਹਨਾਂ ਨੂੰ ਵੀ ਅੱਜ ਉਹਨਾਂ ਦਾ ਇੱਕ ਵਫਦ ਮਿਲ ਕੇ ਗਿਆ ਯੂਨੀਵਰਸਿਟੀ ਦਾ, ਉਹਨਾਂ ਨੂੰ ਵੀ ਭਰੋਸਾ ਦਵਾਇਆ ਉਹਨਾਂ ਦੀ ਜਿਹੜੀਆਂ ਡਿਮਾਂਡਸ ਦੀ ਪੂਰੀ ਦੀ। ਅਸੀਂ ਉਹਨਾਂ ਨੂੰ ਦੇਖੋ ਹਰ ਚੀਜ਼ ਅਸੀਂ ਕਰਾਂਗੇ। ਅਸੀਂ ਸਰ ਪਹਿਲਾਂ ਹੀ ਦੱਸ ਰਹੇ ਵੀ ਅਸੀਂ ਇੱਥੇ ਭਾਗੀਦਾਰੀ ਕੱਟ ਰਹੀ ਆ। ਅਸੀਂ ਚਾਬੀਆਂ ਅਕਾਲੀ ਦਲ ਕੋਲ ਸੀਗੀਆਂ, ਹੁਣ ਚਾਬੀਆਂ ਅਸੀਂ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਪੰਜਾਬ ਨੂੰ ਤਰੱਕੀ ਤੇ ਦੇਖਣਾ ਚਾਹੁੰਦੇ ਹਾਂ। ਪੰਜਾਬ ਬਹੁਤ ਪਿਛੜ ਗਿਆ। ਹੁਣ ਅਗਲਾ ਪੋਲਟਰੀ ਫਾਰਮ ਵਾਸਤੇ ਦੱਸਣਾ, ਪੋਲਟਰੀ ਫਾਰਮ ਵੀ ਇੱਕ ਵੱਖਰਾ ਇੱਕ PFWA ਪੋਲਟਰੀ ਫਾਰਮ ਵੈਲਫੇਅਰ ਐਕਟ ਵੀ ਬਣਾਵਾਂਗੇ ਤਾਂ ਜੋ ਪੋਲਟਰੀ ਫਾਰਮ, ਕਿਉਂਕਿ ਇਹ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਨਾਲ ਰਿਲੇਟ ਕਰਦੀਆਂ ਹਰ ਚੀਜ਼, ਉਹਦੇ ਵਾਸਤੇ ਵੀ ਅਸੀਂ ਕੀਤਾ। ਪਾਣੀ ਜਿਹੜਾ ਡਾਊਨ ਜਾਣਾ, ਇਹਨੂੰ ਪਾਣੀ ਨੂੰ ਪ੍ਰੀਜ਼ਰਵ ਕਿੱਦਾਂ ਕਰਨਾ, ਬਰਸਾਤੀ ਪਾਣੀ ਨੂੰ ਪ੍ਰੀਜ਼ਰਵ ਕਿੱਦਾਂ ਕਰਨਾ, ਉਹ ਚੀਜ਼ਾਂ ਲੈ ਕੇ ਆਵਾਂਗੇ। ਸਾਡਾ ਜਿਹੜਾ ਇੱਕੋ ਦੇਖੋ ਮੈਂ ਫਿਰ ਦੁਬਾਰਾ ਕਹਿ ਦਿੰਦਾ, ਖੇਤੀਬਾੜੀ ਸਾਡਾ ਹਰੀ ਕ੍ਰਾਂਤੀ ਦਾ ਸੂਬਾ ਮੰਨਿਆ ਜਾਂਦਾ ਪੰਜਾਬ। ਤੇ ਜੇ ਸਾਡੀ ਖੇਤੀਬਾੜੀ ਦੀ ਨੁਕਸਾਨ ਹੀ ਕੀਤਾ ਨਾ, ਹਰੀਆਂ ਝੋਨਾ ਲਵਾ ਕੇ ਪਾਣੀ ਤੇ ਲੈ। ਦੇਖੋ ਅਸੀਂ ਤਾਂ ਬਾਰ-ਬਾਰ ਕਹਿੰਦੇ ਆ ਵੀ ਹੁਣ ਫਾਰਮਿੰਗ ਅਸੀਂ ਕਿਉਂ ਕਹਿੰਦੇ ਆ ਵੀ ਨਵੇਂ ਤਰੀਕੇ ਦੀ ਫਾਰਮਿੰਗ ਕੀਤੀ ਜਾਵੇ, ਉਹਨੂੰ ਡਿਜੀਟਲ ਕਿਉਂ ਕਹਿ ਰਹੇ, ਡਿਜੀਟਲ ਕਰਾਂਗੇ ਕਿਉਂਕਿ ਕਿਸਾਨ ਜਿਹੜਾ ਕਈ ਵਾਰ ਪਿੰਡਾਂ ਦੇ ਵਿੱਚ ਇਹੋ ਜਿਹਾ ਕਿਸਾਨ ਬੈਠਾ ਹੁੰਦਾ ਜਿਨ੍ਹਾਂ ਤੱਕ ਕਈ ਤਕਨੀਕੀ ਚੀਜ਼ਾਂ ਪਹੁੰਚ ਨਹੀਂ ਪਾਉਂਦੀਆਂ, ਉਹਨਾਂ ਤੱਕ ਪੂਰੀ ਜੋ ਪਿੱਛੋਂ ਰਿਸੋਰਸ ਆਉਂਦੇ ਉਹ ਦੱਸੇ ਨਹੀਂ ਜਾਂਦੇ। ਤਾਂ ਸਾਰਾ ਦੱਸਾਂਗੇ ਨਾ, ਤਾਂ ਹੀ ਡਿਜੀਟਲ ਦੀ ਗੱਲ ਕੀਤੀ ਹੈ ਵੀ ਹਰ ਜਗ੍ਹਾ ਤੇ ਪਿੰਡਾਂ ਤੱਕ ਵੀ, ਸੂਬਿਆਂ ਤੱਕ ਵੀ, ਸ਼ਹਿਰਾਂ ਤੱਕ ਵੀ ਹਰ ਚੀਜ਼ ਡਿਜੀਟਲ ਕੀਤੀ। ਯਾਨੀ ਕਿ ਇਹ ਮੰਨਿਆ ਜਾਵੇ ਵੀ ਤੁਹਾਡੇ ਚੋਣ ਮੈਨੀਫੈਸਟੋ 'ਚ ਇੱਕ ਹੋਰ ਨਵੀਂ ਯੂਨੀਵਰਸਿਟੀ ਲਈ ਜਗ੍ਹਾ ਹੋਊਗੀ। ਦੇਖੋ ਜੇ ਗੱਲਾਂ ਤੁਹਾਡੀਆਂ ਤਾਂ ਹੀ ਵੈਲਿਡ ਹੋਣਗੀਆਂ ਨਾ ਕਿ ਦੇਖੋ ਸਾਡੇ ਕੋਲ ਯੂਨੀਵਰਸਿਟੀਆਂ ਆਲਰੇਡੀ ਹੈਗੀਆਂ, ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਵਧਾਉਣ ਦੀ, ਜਿਹੜੇ ਹੈਗੇ ਹੋਰ ਵੀ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ ਤੁਹਾਡੇ ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਖੇਤੀ ਵਿਭਿੰਨਤਾ ਨੂੰ ਲੈ ਕੇ ਕੀ ਰੋਡ ਮੈਪ ਹੈ ਉਹਦਾ? ਬਲਵਿੰਦਰ ਜੀ ਪਹਿਲਾਂ ਤਾਂ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਹੋਵੇ। ਸਰਕਾਰਾਂ ਜੋ ਵੀ ਰੋਡ ਮੈਪ ਬਣਾਉਣਗੀਆਂ, ਜੇ ਉਹ ਇੰਪਲੀਮੈਂਟ ਸਾਡਾ ਯੂਥ, ਸਾਡਾ ਨੌਜਵਾਨ ਕਰੇਗਾ ਤਦ ਹੀ ਉਹਦਾ ਫਾਇਦਾ ਹੋਏਗਾ। तो ये मैं एक शेर कहना चाहूँगा, कौन कहता है आसमान में छेद नहीं होता, कौन कहता है आसमान में छेद नहीं होता, जरा पत्थर नीयत से उछाल के तो देख जरा। फिर वो साडी नीयत की है, साडे नौजवान दी नीयत की है कि असी इंटैग्रिटी च काम कर रहे हैं, कि असी छोटे छोटे कोर्सेज कर रहे हैं, कि वो कोर्स करके असी वो अपने खेत ਜਾਂ ਆਪਣੇ ਘਰ 'ਚ ਇੰਪਲੀਮੈਂਟ ਕਰ ਰਹੇ ਹਾਂ ਤੇ ਉਹਦੇ ਤੇ ਸਾਰਾ ਕੁਝ ਡਿਪੈਂਡ ਕਰਦਾ। ਨਹੀਂ ਤਾਂ ਤੁਸੀਂ ਦੇਖਿਆ ਸਰਕਾਰਾਂ ਨੇ ਲੱਖਾਂ ਕਰੋੜਾਂ ਰੁਪਈਆ ਲਗਾ ਕੇ ਜੋ ਵੀ ਸਿਸਟਮ ਬਣਦਾ ਵਾ, ਜੇ ਅਸੀਂ ਉਹ ਨਾ ਸਿੱਖਿਆ, ਜੇ ਅਸੀਂ ਆਪਦੀ ਸੈਲਫ ਤੇ ਨਾ ਕੰਮ ਕੀਤਾ ਤਾਂ ਉਹਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਤਾਂ ਮੇਰਾ ਇਨਵੀਟੇਸ਼ਨ ਇਹੀ ਹੋਊਗਾ ਕਿ ਜੋ ਵੀ ਪਾਲਿਸੀਜ਼ ਬਣਦੀਆਂ ਨੇ ਉਹਨੂੰ ਅਸੀਂ ਆਪਦੇ ਘਰ ਤੋਂ ਪਹਿਲਾਂ ਸਟਾਰਟ ਕਰੀਏ। ਅਸੀਂ ਵੀ ਨਿਰਾਪੁਰਾ ਸਰਕਾਰਾਂ ਤੇ ਨਾ ਛੱਡ ਕੇ ਅਸੀਂ ਆਪਣੇ ਆਪ ਤੇ ਜ਼ਿੰਮੇਵਾਰੀ ਲੈ ਕੇ, ਜੇ ਸਾਡੇ ਰੋਡ ਦੇ ਉੱਤੇ ਕੋਈ ਪਿੱਟ ਬਣਿਆ ਵਾ, ਜੇ ਕੋਈ ਟੋਇਆ ਪਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਇੱਕ ਬੰਦਾ ਚੱਲਦਾ ਉਹ ਮਿੱਟੀ ਇਕੱਠੀ ਕਰਦਾ ਤੇ ਉਹਨੂੰ ਭਰ ਦਿੰਦਾ। ਉਹ PWD ਜਾਂ ਕਿਸੇ ਹੋਰ ਦੀ ਵੇਟ ਨਹੀਂ ਕਰਦਾ, ਇੰਤਜ਼ਾਰ ਨਹੀਂ ਕਰਦਾ। ਉਹ ਸੋਚਦਾ ਕਿ ਮੇਰੇ ਤੋਂ ਬਾਅਦ ਲੰਘਣ ਵਾਲੇ ਦਾ ਟਾਇਰ ਪੈਂਚਰ ਨਾ ਹੋ ਜਾਵੇ, ਕਿਤੇ ਉਹਨੂੰ ਝਟਕਾ ਨਾ ਲੱਗੇ। ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਹੋਊਗਾ ਜੇ ਤੁਸੀਂ ਨਹੀਂ ਕਰ ਸਕਦੇ ਆਪਣੇ ਆਪ ਕਰ ਲਓ। ਨਹੀਂ, ਇਹ ਚੋਣ ਮੈਨੀਫੈਸਟੋ ਦੀ ਨਹੀਂ, ਜਿਹੜਾ ਮੈਨੀਫੈਸਟੋ ਦੇ ਵਿੱਚ ਹੋਊਗਾ ਉਸ ਨੂੰ ਅਸੀਂ ਸੁਣ ਕੇ ਇੰਪਲੀਮੈਂਟ ਸਾਨੂੰ ਕਰਨਾ ਪਏਗਾ। ਉਹ ਸਾਨੂੰ ਜ਼ਿੰਮੇਵਾਰੀ, ਇਹ ਅੱਗੇ ਵੀ ਤੁਸੀਂ ਗੱਲ ਹੁੰਦੀ ਹੈ, ਅੱਗੇ ਵੀ ਅਸੀਂ ਇਹ ਸਰਕਾਰਾਂ ਦੇ ਉੱਤੇ ਛੱਡ ਕੇ ਅਸੀਂ ਆਪਦੇ ਨੌਜਵਾਨ ਆਗੂਆਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਸਰਕਾਰ ਕੀ ਕਰੂਗੀ, ਕਾਂਗਰਸ ਕੀ ਕਰੂ ਜਾਂ ਦੂਜੀਆਂ ਸਰਕਾਰਾਂ ਕੀ ਕਰਨਗੀਆਂ। ਸਰਕਾਰਾਂ ਦੇ ਕੋਲ ਬਹੁਤ ਵੱਡੇ ਬਜਟ ਨੇ, ਜਦੋਂ ਉਹ ਆਉਂਦੇ ਨੇ ਤਾਂ ਸਾਨੂੰ ਜਾਗਰਤ ਰਹਿਣਾ ਪਊਗਾ, ਸਾਨੂੰ ਪ੍ਰੈਜ਼ੈਂਟ ਅਵਸਥਾ 'ਚ ਰਹਿਣਾ ਪਊਗਾ। ਕਿ ਮੈਨੂੰ ਇਹ ਪਤਾ ਲੱਗਿਆ ਤੁਸੀਂ ਮੇਰੇ ਅੱਗੇ ਪਾਣੀ ਦਾ ਗਲਾਸ ਰੱਖਤਾ, ਪੀਣਾ ਤਾਂ ਮੈਨੂੰ ਹੀ ਪੈਣਾ ਨਾ। ਤੇ ਜੇ ਤੁਸੀਂ ਅਗਲੇ ਦੇ ਘਰ ਜਾ ਕੇ ਤੁਸੀਂ ਉਹਨੂੰ ਲੱਖ 2 ਲੱਖ ਮਾਫ ਕਰ ਦੋ ਜਾਂ ਉਹਨੂੰ ਕਰਜ਼ਾ ਵੀ ਮਾਫ ਕਰ ਦਿੰਦੇ ਆ, ਅਸੀਂ ਉਹਨੂੰ ਕੈਸ਼ ਵੀ ਦੇ ਦਿੰਦੇ ਆ, ਜੇ ਉਸ ਇਨਸਾਨ ਨੂੰ ਵਰਤਣਾ ਹੀ ਨਹੀਂ ਆਉਂਦਾ ਤਾਂ ਵਟ ਇਜ਼ ਦਾ ਫਨ।
ਤੇ ਉਹਨੂੰ ਅਸੀਂ ਕੀ ਹੈ ਵੀ ਉਹਨੂੰ ਮੱਛਲੀ ਫਿਸ਼ ਪਕੜਨੀ ਆਣੀ ਚਾਹੀਦੀ ਆ ਕਿ ਉਹ ਫਿਸ਼ ਪਕੜ ਕੇ ਜਾਂ ਤਾਂ ਇਹ ਹੈ ਮੈਂ ਤੁਹਾਨੂੰ 2 ਦਿਨ ਦੀ ਰੋਟੀ ਦੇ ਦੇਣਾ ਜਾਂ ਫਿਸ਼ ਦੇ ਦੇਣਾ ਤੁਸੀਂ ਖਾ ਲਓ। ਇੱਕ ਤਰੀਕਾ ਇਹ ਹੈ ਕਿ ਅਸੀਂ ਉਹਨੂੰ ਫਿਸ਼ ਪਕੜਨੀ ਸਿਖਾ ਦਈਏ। ਮੈਂ ਉਸ ਤੇ ਗੱਲ ਕਰਦਾ ਵਾਂ। ਫੌਰਨ ਤੇ ਸਾਡੇ ਚ ਜਿਵੇਂ ਗੋਸ਼ਾ ਜੀ ਬੋਲ ਰਿਹਾ ਸੀ ਬੜੇ ਵਧੀਆ ਕਿ ਬਾਹਰ ਜਾ ਰਿਹਾ ਸੀ, ਉਹ ਨੌਜਵਾਨ ਨੂੰ ਰੋਕਣਾ, ਯੂਥ ਨੂੰ ਇੱਥੇ ਰੱਖਣਾ। ਕੀ ਅਸੀਂ ਉਹਨੂੰ ਕਿਸ ਤਰ੍ਹਾਂ ਇੱਥੇ ਰੱਖ ਸਕਾਂਗੇ? ਅਸੀਂ ਉਹਨੂੰ ਇਸੇ ਤਰ੍ਹਾਂ ਇੱਥੇ ਰੱਖ ਸਕਾਂਗੇ ਜੇ ਉਹਨੂੰ ਟੈਕਨੀਕਲੀ ਨੌਲੇਜ ਹੋਏਗੀ, ਜੇ ਉਹ ਬੇਸ ਉਹਦਾ ਸੋਲਿਡ ਹੋਏਗਾ, ਜਾਂ ਉਹਨੂੰ ਇੱਥੇ ਰਹਿ ਕੇ ਆਪਣਾ ਰੋਜ਼ਗਾਰ ਚਲਾਉਣ ਦੀ ਜਾਂ ਆਪਣਾ ਪਰਿਵਾਰ ਪਾਲਣ ਪੋਸ਼ਣ ਕਰਨ ਦੀ ਪੂਰੀ ਤਰ੍ਹਾਂ ਇੰਟੈਗ੍ਰਿਟੀ ਚੋਂ ਕੰਮ ਕਰੇਗਾ ਤਾਂ ਉਹ ਇੱਥੇ ਸਕਸੈਸਫੁਲ ਹੋ ਪਾਏਗਾ। ਤਾਂ ਮੇਰਾ ਬੇਸ ਮੁੱਦਾ ਇਹੀ ਰਹੇਗਾ ਕਿ ਜੋ ਵੀ ਹੈ ਮਤਲਬ ਉਹ ਸਾਨੂੰ ਆਪਣੇ ਆਪ ਤੇ ਜ਼ਿੰਮੇਵਾਰੀ ਲੈ ਕੇ ਉਹਨੂੰ ਲਾਗੂ ਵੀ ਕਰਵਾਵਾਂਗੇ। ਕਾਂਗਰਸ ਪਾਰਟੀ ਉਹਦੇ ਵੱਲੋਂ ਤਾਂ ਮੈਂ ਤੁਹਾਨੂੰ ਸ਼ੋਰਟੀ ਦਿੰਦਾ ਵਾਂ ਕਿ ਉਹ ਤਾਂ ਅਸੀਂ ਕਰਾਂਗੇ ਹੀ ਕਰਾਂਗੇ, ਲੇਕਿਨ ਜੋ ਤੁਸੀਂ ਯੂਥ ਦੀ ਗੱਲ ਕਰਦੇ ਹੋ, ਪੰਜਾਬ ਦੀ ਨਵੇਂ ਪੰਜਾਬ ਸਿਰਜਣ ਦੀ ਗੱਲ ਕਰਦੇ ਹੋ, ਮੈਂ ਉਹਦੀ ਗੱਲ ਕਰਦਾ ਕਿ ਨਵਾਂ ਪੰਜਾਬ ਸਿਰਜਣ ਵਾਸਤੇ ਕੋਈ ਪਾਰਟੀ ਦੇ ਹੈੱਡ ਨੇ ਆ ਕੇ ਤੁਹਾਡੇ ਘਰ 'ਚ ਕੰਮ ਨਹੀਂ ਕਰਨਾ ਜਾਂ ਕਿਸੇ ਹੋਰ ਬੰਦੇ ਨੇ ਆ ਕੇ ਨਹੀਂ ਕਰਨਾ, ਉਹ ਸਾਨੂੰ ਆਪ ਕਰਨਾ ਪੈਣਾ ਵਾ। ਉਹਦੀ ਅਸੀਂ ਜੇ ਜ਼ਿੰਮੇਵਾਰੀ ਲੈ ਲੈਂਦੇ ਆ ਤਾਂ ਸਾਨੂੰ ਕਿਸੇ ਨੌਜਵਾਨ ਨੂੰ ਫੌਰਨ ਜਾਣ ਦੀ ਲੋੜ ਨਹੀਂ ਪੈਣੀ। ਤਾਂ ਇੱਥੇ ਹੀ ਸਾਡਾ ਫੌਰਨ ਆ। ਦੇਖੋ ਇਹਨਾਂ ਨੇ ਗੱਲ ਕੀਤੀ, ਡਾਕਟਰ ਸਾਹਿਬ ਬੜੇ ਸੂਝਵਾਨ ਹੈਗੇ, ਡਾਕਟਰ ਸੋਨੀ ਜੀ ਬੜੀਆਂ ਅੱਛੀਆਂ ਗੱਲਾਂ ਕਰਦੇ, ਸੋਸ਼ਲ ਵਰਕਰ ਵੀ ਹੈਗੇ। ਬਟ ਕਾਂਗਰਸ ਪਾਰਟੀ ਨੇ ਜੇ 5 ਸਾਲ ਕੰਮ ਕੀਤਾ ਹੁੰਦਾ, ਨੌਜਵਾਨਾਂ ਨੂੰ ਨੌਕਰੀ ਦਿੱਤੀ ਹੁੰਦੀ ਤੇ ਮੇਰੇ ਖਿਆਲ ਇਹ ਸ਼ਬਦ ਇਹਨਾਂ ਨੂੰ ਚੰਗੇ ਲੱਗਣੇ ਸੀ ਅੱਜ ਬੋਲਦੇ। ਅੱਜ ਇਹਨਾਂ ਦੇ ਮੂੰਹ 'ਚ ਇਹ ਸ਼ਬਦ ਚੰਗੇ ਨਹੀਂ ਆ ਕਿਉਂਕਿ ਐਜ਼ ਅ ਸਪੋਕਸਮੈਨ ਕਾਂਗਰਸ ਦੇ ਬੈਠੇ ਆ। ਰੋਕਣਾ ਕਿੱਦਾਂ? ਅਸੀਂ ਇੱਥੇ ਇੰਡਸਟਰੀਅਲ ਵੀ ਬਣਾਉਣੀ ਹੈ। ਜੇ ਇੰਡਸਟਰੀ ਹੋਊਗੀ, ਸਕਿੱਲ ਡਿਵੈਲਪਮੈਂਟ ਕਰਨਾ, ਕਿਉਂਕਿ ਹੁਨਰ ਬਹੁਤ ਹੈ ਪੰਜਾਬ ਦੇ ਅੰਦਰ, ਹੁਨਰ ਬਹੁਤ ਹੈ। ਸਾਡਾ ਜਿਹੜਾ ਹੁਨਰ, ਜੇ ਅਸੀਂ ਬਾਹਰ ਜਾ ਕੇ ਕਾਮਯਾਬ ਹੋ ਸਕਦੇ ਹਾਂ, ਫੋਰਨ ਦੇ ਵਿੱਚ ਕਾਮਯਾਬ ਹੋ ਸਕਦੇ, ਜਦ ਦੂਜਿਆਂ ਸੂਬਿਆਂ 'ਚ ਜਾ ਕੇ ਆਪਣਾ ਲੋਹਾ ਬਣਾ ਸਕਦੇ, ਤੇ ਪੰਜਾਬ 'ਚ ਕਿਉਂ ਨਹੀਂ ਬਣਾ ਸਕਦੇ? ਪੰਜਾਬ ਦੀ ਤਾਂ ਧਰਤੀ ਬੜੀ ਵਧੀਆ, ਪੰਜਾਬ 'ਚ ਤਾਂ ਬਿਜ਼ਨਸ ਵੀ ਬੜਾ ਵਧੀਆ ਸੀ, ਬਿਜ਼ਨਸ ਸਾਰੀ ਇੰਡਸਟਰੀ ਬਾਹਰ ਜਾ ਰਹੀ ਹੈ। ਉਹ ਅਸੀਂ ਕਹਿ ਰਹੇ ਹਾਂ, ਮੇਰਾ ਕਹਿਣ ਦਾ ਮਤਲਬ ਹੈ ਇੱਕ ਤਾਂ ਅਸੀਂ ਸਕਿੱਲ ਡਿਵੈਲਪਮੈਂਟ ਤੇ ਕੰਮ ਕਰਾਂਗੇ, ਸਾਡਾ ਮੁੱਦਾ ਹੈ। ਦੂਜੀ ਗੱਲ ਹੈ ਇੱਥੇ ਅਸੀਂ ਰੋਜ਼ਗਾਰ ਦੇਵਾਂਗੇ, ਅਸੀਂ ਇੰਡਸਟਰੀ ਲੈ ਕੇ ਆਵਾਂਗੇ। ਤੀਜੀ ਗੱਲ ਅਸੀਂ ਕਿਸਾਨੀ ਬਚਾਵਾਂਗੇ ਤੇ ਇਹਨਾਂ ਤਿੰਨਾਂ ਦੇ ਕਰਕੇ ਨੌਜਵਾਨ ਇੱਥੇ ਰੁਕਣਗੇ। ਪਰ ਇਹ 5 ਸਾਲ ਤੋਂ ਪਹਿਲਾਂ 10 ਸਾਲ ਤੇ ਤੁਹਾਡੀ ਸਾਂਝੀ ਸਰਕਾਰ ਰਹੀ, ਉਹਦੇ 'ਚ ਕੋਈ ਤੁਹਾਡੀ ਛੋਟੀ ਭਾਈਵਾਲੀ ਨਹੀਂ ਸੀ। ਇੱਕ ਵਾਰ ਤੇ 18 ਸੀਟਾਂ ਵੀ ਭਾਜਪਾ ਸੀਗੀਆਂ। ਹਾਂ ਬਿਲਕੁਲ ਠੀਕ, ਇਹ ਕੰਮ ਕਿਉਂ? ਬਿਲਕੁਲ ਦੇਖੋ ਮੈਂ ਤਾਂ ਇੱਕ ਗੱਲ ਤੇ ਤੁਹਾਨੂੰ ਮੰਨਣੀ ਪਏਗੀ ਕਿ ਜਿਹੜਾ ਪਾਣੀ ਗੰਦਲਾ ਹੋਇਆ, ਜ਼ਮੀਨ ਨਸ਼ੇੜੀ ਹੋਈ ਹੈ, ਉਹ ਦੋਨਾਂ ਪਾਰਟੀਆਂ ਦੀ, ਤਿੰਨਾਂ ਪਾਰਟੀਆਂ ਦੀ, ਭਾਜਪਾ ਦੀ ਮਿਲੀ ਬਦੌਲਤ ਨਾਲ ਹੀ ਪੰਜਾਬ ਨਸ਼ੇੜੀ ਹੋਇਆ। ਸਿੱਧੇ ਜਾਂ ਸਿੱਧੇ ਢੰਗ ਨਾਲ ਤੁਹਾਨੂੰ ਇਹ ਗੱਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਬੋਪਰ ਸਾਹਿਬ, ਜਿੱਦਾਂ ਮੈਂ ਪਹਿਲਾਂ ਕਿਹਾ ਵੀ ਸਾਡੀ ਭਾਗੀਦਾਰੀ ਛੋਟੀ ਸੀ, ਚਾਬੀਆਂ ਅਸੀਂ ਮੈਂ ਗੱਲ ਦੱਸਣਾ, ਸਾਰਾ ਦਾਮੋਦਾਰ ਅਕਾਲੀ ਦਲ ਤੇ ਛੱਡਿਆ ਸੀ ਕਿਉਂਕਿ ਭਾਈਚਾਰਕ ਸਾਂਝ ਸੀਗੀ। ਸਾਨੂੰ ਇਹ ਸੀ ਵੀ ਜੋ ਕਰਦੇ ਹੋਗੇ ਠੀਕ, ਪਰ ਇਹਦੇ ਵਿੱਚ ਇਹ ਨਹੀਂ ਵੀ ਤਰੱਕੀ ਨਹੀਂ ਹੋਈ। ਮੈਂ ਅੱਜ ਕਹਿੰਦਾ ਵੀ ਤਰੱਕੀ ਨਹੀਂ ਹੋਈ, ਉਹ ਵੀ ਅਤਕਥ ਨਹੀਂ ਹੋ ਗਈ। ਏਮਸ ਕਿੰਨੇ ਲਿਆਂਦਾ ਬਠਿੰਡਾ 'ਚ? ਕੇਂਦਰ ਸਰਕਾਰ ਨੇ ਦਿੱਤਾ। ਮੇਰੀ ਗੱਲ ਸੁਣੋ, ਉਹ ਇਹ ਹੁਣ ਇਹ ਦੱਸਣਗੇ ਨਾ, ਇਹ ਅਕਾਲੀ ਦਲ ਜਿਹੜੇ ਮੋਹਰੀ ਭੂਮਿਕਾ 'ਚ ਇਹ ਦੱਸਣਗੇ। ਮੈਂ ਦੱਸਣਾ ਏਮਸ ਕਿੰਨੇ ਲਿਆਂਦਾ? 50,000 ਕਰੋੜ ਦੀ ਜਿਹੜਾ ਸੜਕਾਂ ਦਾ ਜਾਲ ਬਣਿਆ ਆ ਉਹ ਕਿੰਨੇ ਲਿਆਂਦਾ? ਉਹ ਕੇਂਦਰ ਸਰਕਾਰ ਦੀ ਦੇਣ ਸੀ। ਜਿਹੜਾ ਦਰਬਾਰ ਸਾਹਿਬ ਦਾ ਆਲਾ ਦੁਆਲਾ ਜਾਂ ਸ਼ਹੀਦਾਂ ਦੀਆਂ ਯਾਦਗਾਰਾਂ ਜਾਂ ਫਲਾਈਓਵਰ ਹੈ ਜਾਂ IIM ਹੈ, ਉਹ ਕਿੰਨੇ ਲਿਆਂਦਾ? ਉਹ ਕੇਂਦਰ ਸਰਕਾਰ ਵੀ ਤੇ ਕੇਂਦਰ ਸਰਕਾਰ ਨੇ ਲਿਆਏ ਨਾ। ਗਰੀਬੀ ਕਿੰਨੀ ਚਲੀ ਗਈ? ਦੇਖੋ ਗਰੀਬੀ ਰੇਖਾ ਤੱਕ ਪੱਕੀ ਛੱਤ ਦੇ ਉੱਤੇ ਮੈਂ ਦੱਸਦਾ ਨਾ ਜੀ, ਅਸੀਂ ਨੋਟਬੰਦੀ ਕੀਤੀ, ਉਹ 'ਚ ਤੁਹਾਨੂੰ ਕਾਲਾ ਧਨ ਨਹੀਂ ਲੱਭਿਆ। ਲੱਭਿਆ ਨਹੀਂ ਤੇ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਘਟ ਗਿਆ? ਜੰਮੂ ਕਸ਼ਮੀਰ ਦੇ ਅੰਦਰ ਕਿਉਂ ਘਟ ਗਈਆਂ ਘਟਨਾਵਾਂ? ਮੈਂ ਹੁਣ ਅਗਰ GST ਦੇ ਵਿੱਚ ਕਈ ਬੰਦੇ ਫੜੇ ਗਏ GST ਦੇ ਵਿੱਚ, ਪਿੱਛੇ ਤਾਂ ਤੁਹਾਨੂੰ ED ਵੱਲੋਂ ਵੀ ਪਤਾ ਲੱਗ ਗਿਆ ਸੀ। ਹੁਣ ਮੈਂ ਇਸ ਸਵਾਲ ਤੁਹਾਡੇ ਕੋਲ ਵੀ ਹੋਣਾ, ਮੈਂ ਕਹਿ ਰਿਹਾ ਮੈਂ ਇਸ ਸਵਾਲ ਬਾਅਦ 'ਚ ਨਹੀਂ ਪੈਣਾ ਚਾਹੁੰਦਾ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਦੇਖੋ ਜੋ ਕਾਂਗਰਸ ਦੀ ਭੂਮਿਕਾ ਚਾਹੀਦੀ ਸੀ ਉਹ ਨਹੀਂ ਹੋਈ। ਅਸੀਂ 10 ਸਾਲ ਜੇ 7 ਸਾਲ ਇਹਨਾਂ ਨਾਲ ਜਿਹੜੇ ਸਰਕਾਰ ਦੇ ਵਿੱਚ ਇਹਨਾਂ ਨੇ ਸਾਂਝੀਦਾਰ ਰਹੇ, ਮੇਨ ਚਾਬੀ ਇਹਨਾਂ ਕੋਲ ਸੀ, ਪਰ ਅਸੀਂ ਫਿਰ ਵੀ ਜਿਹੜੀ ਕੇਂਦਰ ਨੇ ਜੋ ਦਿੱਤਾ ਉਹਦੇ ਨਾਲ ਹੀ ਪੰਜਾਬ ਦੀ ਤਰੱਕੀ ਹੋਈ ਆ। ਪਰ ਜਿਹੜਾ ਪੰਜਾਬ ਨੂੰ ਬਹੁਤ ਜ਼ਰੂਰਤ ਹੈ, ਪੰਜਾਬ ਦੇ ਵਿੱਚ ਜਿਹੜਾ 5 ਸਾਲ ਜਿਹੜੇ ਗਏ, ਪਿਛਲੇ 5 ਸਾਲ ਕਾਂਗਰਸ ਦੇ ਰਾਜ 'ਚ ਬਹੁਤ ਖਰਾਬ ਹੋਏ। ਲੋਕਾਂ ਨੂੰ ਝੂਠੇ ਵਾਅਦੇ ਕੀਤੇ ਗਏ, ਝੂਠੇ ਵਾਅਦੇ ਦਾ ਜਿਹੜਾ ਅਸਰ ਹੈ ਕੁਝ ਵੀ ਨਹੀਂ ਹੋਇਆ, ਲੋਕਾਂ ਨੂੰ ਆਊਟਪੁੱਟ ਕੋਈ ਨਹੀਂ ਨਿਕਲੀ। ਉਹਦੇ ਲਈ ਅਸੀਂ ਸਕਿੱਲ ਡਿਵੈਲਪਮੈਂਟ ਫਸਟ, ਇੰਡਸਟਰੀ ਬਚਾਣੀ ਸੈਕਿੰਡ, ਥਰਡ ਕਿਸਾਨੀ ਬਚਾਣੀ ਹੈ, ਮਜ਼ਦੂਰੀ ਤਾਂ ਹੀ ਬਚੂਗਾ। ਇੱਕ ਛੋਟੀ ਗੱਲ ਹੋਰ, ਹੁਣ ਮੈਂ 5 ਸਾਲ ਦੀ ਗੱਲ ਦੱਸ ਦਿੰਦਾ ਵੀ ਜਿਹੜੀ ਇੱਕ ਪੱਕੀ ਛੱਤ ਦੇਣੀ ਸੀ, ਜਿਹਦੇ ਕੋਲ ਛੱਤ ਨਹੀਂ ਸੀਗੀ ਗਰੀਬਾਂ ਕੋਲ, ਇਹਨਾਂ ਦੇ ਪਿਛਲੇ ਸਾਲ 'ਚ ਇਹਨਾਂ ਦਾ ਕਾਂਗਰਸ ਦੇ ਵਿੱਚ 15,000 ਘਰ ਬਣੇ ਟੋਟਲ ਪੰਜਾਬ ਦੇ ਅੰਦਰ, ਤੇ ਯੂਪੀ ਦੇ ਉਹੀ 5 ਲੱਖ ਬਣੇ। ਇਹ ਤਾਂ ਹੁਣ ਨੀਅਤ, ਇਹਨਾਂ ਦੀ ਨੀਅਤ ਦੀ ਗੱਲ ਕੀਤੀ ਨਾ, ਇਹਦਾ ਮਤਲਬ ਨੀਅਤ ਆਪਣੀ ਠੀਕ ਹੈ। ਆਪਾਂ ਪੰਜਾਬ ਨੂੰ ਕਰ ਸਕਦੇ ਕਿ ਕੰਪੈਰੀਜ਼ਨ ਉੱਥੇ ਪੰਜਾਬ ਯੂਪੀ 'ਚ ਸਾਡੀ ਸਰਕਾਰ ਹੈ। ਯੂਪੀ ਦਾ ਪਿੰਡ ਕਿੰਨੇ ਨੇ? ਯੂਪੀ ਦੇ ਮਾਡਲ ਤੇ ਜਾ ਕੇ ਦੇਖੋ, ਨਰੇਗਾ ਦਾ ਕਿੰਨਾ ਘੱਟ ਹੈ। ਯੂਪੀ ਤੇ ਪੰਜਾਬ ਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਪਾਸੇ ਰਾਮ ਰਾਮ ਕਹਿਣਾ, ਇੱਕ ਪਾਸੇ ਟੈਂ ਟੈਂ ਕਹਿਣਾ, ਦੋਨਾਂ 'ਚ ਫਰਕ ਹੈ। 15,000 ਤੇ 5 ਲੱਖ 'ਚ ਬਹੁਤ ਫਰਕ। ਗੱਲ ਤੁਹਾਡੇ ਤੇ ਆਉਂਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਉਦੋਂ ਮੋਢੀ ਸੀ, 10 ਸਾਲ ਪੰਜਾਬ ਨੂੰ ਬਰਬਾਦ ਕਰਨ 'ਚ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਵੱਡਾ ਹੱਥ ਰਿਹਾ। ਇਹਦੇ ਬਾਰੇ ਕੀ ਕਹਿਣਾ? ਗੋਸਾ ਜੀ ਜਿਹੜੀ ਗੱਲ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਦੀ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ।
ਦੋਨਾਂ ਨੇ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਵਿਕਾਸ ਕੀਤਾ। ਗੋਸ਼ਾ ਜੀ ਆਪਾਂ ਹੀ ਮੰਨਦੇ ਆ, ਕੀਤਾ ਕਿ ਨਹੀਂ ਕੀਤਾ ਜੀ? ਮੈਂ ਤਾਂ ਕਹਿ ਰਿਹਾ ਵੀ ਜਿਹੜੀ ਚੀਜ਼ਾਂ ਦੱਸ ਕੇ ਰਾਹ ਤੇ ਆ, ਕੋਈ ਚੀਜ਼ਾਂ ਨੇ ਜਿਹੜੇ ਕੰਮ ਕਰਦੇ ਕਰਦੇ ਕੋਈ ਚੀਜ਼ਾਂ ਰਹਿ ਜਾਂਦੀਆਂ ਨੇ, ਉਹ ਨੈਕਸਟ ਟਾਈਮ ਜਦੋਂ ਹੁਣ ਸਰਕਾਰ ਆਊਗੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਅਸੀਂ ਕਰ ਦਾਂਗੇ। ਅਸੀਂ ਜਿਹੜੀ ਤੁਸੀਂ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਹੋ ਉਹਦੇ ਵਾਸਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਫੀ ਜਿਹੜੇ ਕੰਮ ਲਿਆ। ਨਹੀਂ, ਜਿਹੜੀ ਉਹਨਾਂ ਨੇ ਕੀਤੀ ਹੈ ਵੀ ਪਹਿਲੇ 10 ਸਾਲ ਚ ਵੀ ਇਹ ਹਿੱਸਾ ਸੀ ਸਾਡੇ, ਇਹ ਹਿੱਸਾ ਸੀਗੇ ਇਹ ਬਰਾਬਰ ਦੇ। ਦੇਖੋ ਜਿਹੜੇ ਕੰਮ ਇੰਨੇ ਕੰਮ ਕੀਤੇ ਆਪਣੇ ਮੂੰਹ ਕਹਿੰਦੇ ਗੋਸ਼ਾ ਜੀ ਵੀ ਬੜੇ ਕੰਮ ਕੀਤੇ, ਸਾਰੀ ਡਿਵੈਲਪਮੈਂਟ ਇਨਫਰਾਸਟ੍ਰਕਚਰ ਸਾਰਾ ਕੁਝ ਹੋਇਆ, ਇੰਡਸਟਰੀ ਵੀ ਆਈ ਆ, ਹਸਪੀਟਲ ਵੀ ਆਏ ਆ, ਸਾਰੇ ਆਏ ਆ, ਸਰਕਾਰ ਰਲ ਕੇ ਆਈ ਆ, ਸਾਰੇ ਕੁਝ ਆਏ ਆ। ਇਹ ਗੱਲ ਗੋਸ਼ਾ ਜੀ ਨੂੰ ਕਹਿਣੀ ਨਹੀਂ ਚਾਹੀਦੀ, ਪਰ ਮੈਂ ਇਹ ਗੱਲ ਉਹਨੂੰ ਦੱਸਣਾ ਜ਼ਰੂਰ ਚਾਹਾਂਗਾ ਕਿ ਆਪਾਂ ਸਾਂਝ ਪਾ ਕੇ ਹੀ ਕੰਮ ਕਰ ਸਾਰੇ ਸਾਂਝੇ ਕੀਤੇ ਆ ਨਾ ਜੀ। ਜਿਹੜੇ ਕੰਮ ਰਹਿ ਗਏ ਜਦੋਂ ਤੁਹਾਡੀ ਸਰਕਾਰ ਆਈ ਸੀਗੀ ਉਦੋਂ ਪੰਜਾਬ 2007 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਉਦੋਂ ਪੰਜਾਬ ਸਿਰ ਤਕਰੀਬਨ 80,000 ਪਲੱਸ ਕਰੋੜ ਦਾ ਕਰਜ਼ਾ ਸੀ। ਜਦੋਂ 2017 ਚ ਗਈ ਉਹ ਕਰਜ਼ਾ 1 ਲੱਖ ਕਰੋੜ 25,000 ਸਮਥਿੰਗ ਹੋ ਗਿਆ। ਹੁਣ ਜਦੋਂ ਕਾਂਗਰਸ ਦੀ ਜਾ ਰਹੀ ਹੈ ਇਹ ਪੌਣੇ 3 ਲੱਖ ਕਰੋੜ ਦੇ ਆਸ-ਪਾਸ ਪਹੁੰਚ ਗਈ ਆ। ਇਹਦਾ ਸਿਲਾ ਕਿਹਨੂੰ ਜਾਂਦਾ, ਇਹ ਕਿਉਂ? ਸਰ ਦੇਖੋ ਇਹ ਗੱਲ ਹੁਣ ਤੁਸੀਂ ਫ੍ਰੀ ਦੀ ਗੇਮ ਖੇਡ ਰਹੇ ਹੋ ਸਾਰੇ, ਉਸ ਵਾਲੇ ਤੋਂ ਬਾਅਦ ਚਾਹੂਗਾ, ਪਰ ਇਹ ਕਰਜ਼ਾ ਚੜਾਉਣ ਦੇ ਵਿੱਚ ਕੀ ਤੁਸੀਂ ਓਪਨ ਮੰਨਦੇ ਹੋ ਕਿ ਤੁਹਾਡਾ ਕਿਤੇ ਨਾ ਕਿਤੇ ਹੱਥ ਹੈ ਸ਼੍ਰੋਮਣੀ ਅਕਾਲੀ ਦਲ ਦਾ? ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ 10 ਸਾਲ ਕੰਮ ਕੀਤਾ, ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਪਾਰਟੀ ਏਜੰਡੇ ਦੇ ਅਧੀਨ ਜਿਹੜੇ ਕੰਮ ਲੋਕਾਂ ਨੂੰ ਵਾਅਦੇ ਕੀਤੇ ਹੁੰਦੇ ਆ। ਆਪਾਂ ਪਹਿਲੇ ਵੀ ਗੱਲ ਇਹੀ ਕਰ ਰਹੇ ਸੀ, ਸਟਾਰਟਿੰਗ ਆਪਾਂ ਇਹੀ ਰੱਖੀ ਸੀ, ਜਿਹੜੇ ਆਪਾਂ ਵਾਅਦੇ ਕਰਨੇ ਆ ਉਹ ਪੂਰੇ ਹੋਣੇ ਚਾਹੀਦੇ ਨੇ, ਚਾਹੇ ਉਹਦੇ ਚ ਕੋਈ ਸੁਵਿਧਾਵਾਂ ਹੁੰਦੀਆਂ ਨੇ, ਚਾਹੇ ਕੋਈ ਡਿਵੈਲਪਮੈਂਟ ਹੁੰਦੀ ਹੈ, ਇਹ ਸਾਰੇ ਕੁਝ ਚੀਜ਼ਾਂ। ਚਾਹੇ ਕਰਜ਼ਾ ਚੜਦਾ, ਕਰਜ਼ਾ ਤਾਂ ਸਰ ਜਦੋਂ ਕੰਮ ਹੋਊਗਾ ਕਿਸੇ ਨਾ ਕਿਸੇ ਦਾ, ਆਪਾਂ ਪਰਿਵਾਰ ਦੇ ਵਿੱਚ ਵੀ ਬੈਠੇ ਆ, ਕੋਈ ਆਪਾਂ ਕੰਮ ਕਰਦੇ ਆ ਵਾਧੇ ਵਾਲਾ, ਪਰ ਲੈ ਨਾ ਰਿਹਾ ਰੌਲਾ ਤਾਂ ਇਹ ਹੈ ਨਾ, ਲੈਣਾ ਵੀ ਚਾਹੀਦਾ ਹੈ ਸਰ। ਲੈਣ ਦਾ ਹੁਣ 5 ਸਾਲ ਕਾਂਗਰਸ ਆਈ ਹੈ, 5 ਸਾਲ ਕਾਂਗਰਸ ਨੇ ਕੋਈ ਜਿੰਨੇ ਵਾਅਦੇ ਕੀਤੇ ਆ ਉਹ ਕੋਈ ਪੂਰੇ ਨਹੀਂ ਕੀਤਾ। ਅੱਜ ਮੈਂ ਨਹੀਂ ਕਹਿੰਦਾ, ਪਬਲਿਕ ਕਹਿੰਦੀ ਹੈ, ਲੋਕ ਕਹਿੰਦੇ ਆ, ਹਰ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਮੁਲਾਜ਼ਮਾਂ ਦੀ ਗੱਲ ਕਰ ਲਓ, ਤੁਸੀਂ ਨੌਜਵਾਨਾਂ ਦੀ ਗੱਲ ਕਰ ਲਓ, ਜਿਹੜੀ ਗੋਸ਼ਾ ਜੀ ਨੇ ਕਿਹਾ ਨੌਜਵਾਨ ਬਾਹਰ ਜਾ ਰਹੇ ਆ, ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਉਹਦੇ ਚ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਿਹੜੀ 5 ਸਾਲ ਸਰਕਾਰ ਜਿਹੜੀ ਪਿੱਛੇ ਰਹੀ ਆ, 5 ਸਾਲ ਥੋੜਾ ਸਮਾਂ ਨਹੀਂ ਹੁੰਦਾ, 5 ਸਾਲ ਬਹੁਤ ਲੰਬਾ ਸਮਾਂ ਹੁੰਦਾ। ਪਿਛਲੇ 8-9 ਸਾਲ ਤੋਂ ਨੌਜਵਾਨ ਭਾਰੀ ਗਿਣਤੀ 'ਚ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ, ਪੂਰੇ ਹਿੰਦੁਸਤਾਨ 'ਚ ਜਾ ਰਹੇ ਆ, ਪਰ ਪੰਜਾਬ 'ਚ ਜ਼ਿਆਦਾ ਜਾ ਰਹੇ ਆ, ਇੱਕ ਰਿਵਾਜ ਜਿਹਾ ਬਣਿਆ ਜਾਂਦਾ। ਉਹਦਾ ਕਾਰਨ ਇਹ ਇਹ ਸਵਾਲ ਤੇ ਆਪਾਂ ਫੇਰ ਆਉਣਾ ਕਿ ਨੌਜਵਾਨ ਕਿਉਂ ਪਲਾਨ ਕਰ ਰਿਹਾ। ਅੱਛਾ, ਇੱਕ ਤੁਸੀਂ ਇਹ ਮੰਨਦੇ ਵੀ ਹੁਣ ਵੀ ਵੈਸੇ ਇਕੱਠੇ ਬੈਠੇ ਹੋ ਵੀ ਜੇ ਤੁਹਾਨੂੰ ਰਲਵੇਂ ਮਿਲਵੀਆਂ ਸੀਟਾਂ ਆਉਂਦੀਆਂ ਹਾਲੇ ਵੀ ਰਲ ਕੇ ਸਰਕਾਰ ਬਣਾਉਣ ਦੀ ਸੰਭਾਵਨਾ ਹੈ? ਰਲਵੇਂ ਮਿਲਵੇਂ ਜੀ, ਸਾਡੀ ਤਾਂ ਜੋ ਸਾਡਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਜਿਹੜੀ ਸਿੱਧੀ ਸਰਕਾਰ ਆ, ਅਸੀਂ 85 ਸੀਟਾਂ ਤੋਂ ਉੱਪਰ ਜਿਹੜੇ ਸੀਟਾਂ ਲੈ ਕੇ ਜਾ ਰਹੇ ਹਾਂ। ਅਸੀਂ ਆਪਣੀ ਜਿਹੜੀ ਸਰਕਾਰ ਬਣਾਵਾਂਗੇ, ਸਮਾਂ ਆਇਆ ਨਾ, ਸਭ ਨੂੰ 10 ਮਾਰਚ ਨੂੰ ਪਤਾ ਲੱਗ ਜਾਣਾ ਹੈਗਾ। ਅੱਛਾ ਡਾਕਟਰ ਸਾਹਿਬ, ਜਿਹੜਾ ਇਹ ਕਰਜ਼ਾ ਚੜਿਆ ਹੈ ਪੰਜਾਬ ਸਿਰ, ਕਾਂਗਰਸ ਨੇ ਵੀ ਚੜਾਇਆ ਹੈ ਨਾ ਸਾਰਿਆਂ ਨੇ, ਇਹਦਾ ਮੇਨ ਰੀਜ਼ਨ ਕਾਂਗਰਸ ਕੀ ਮੰਨਦੀ ਹੈ, ਕਿਉਂ ਹੋਇਆ? ਦੇਖੋ, ਪਹਿਲਾਂ 10 ਸਾਲ ਜਿਸ ਤਰ੍ਹਾਂ ਬਲਵਿੰਦਰ ਜੀ ਤੁਸੀਂ ਕਿਹਾ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ, ਤੇ ਜੋ ਸੁਵਿਧਾਵਾਂ ਦੀ ਗੱਲ ਕਰਦੇ ਆ ਜਾਂ ਜੇ ਅਸੀਂ ਕਿਹਾ ਜਾਵੇ ਕਿ ਰੀਜ਼ਨ ਦੀ ਗੱਲ ਕਰਦੇ ਆ, ਇੱਕ ਦੂਜੇ ਦੇ ਉੱਤੇ ਥੋਪਣ ਨਾਲ ਇਹਦਾ ਕਰਜ਼ੇ ਦਾ ਲੱਥ ਤਾਂ ਜਾਣਾ ਨਹੀਂ। ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਇੱਕ ਮਾਡਲ ਤਿਆਰ ਕੀਤਾ ਜਾਂ ਇੱਕ ਰੋਡ ਮੈਪ ਤਿਆਰ ਕੀਤਾ, ਜੇ ਬਹੁਤ ਹੀ ਵਧੀਆ ਕੁਐਸਚਨ ਆ ਤੁਹਾਡਾ ਕਿ ਅਸੀਂ ਉਹਨੂੰ ਲਾਣ ਬਾਰੇ ਸੋਚੀਏ। ਜੇ ਕੋਈ ਬੰਦਾ 5 ਲੱਖ ਦਾ, 10 ਲੱਖ ਦਾ ਜਾਂ 50,000 ਦਾ ਵੀ ਕਰਜ਼ਾ ਲੈਂਦਾ ਤਾਂ ਆਪਦੀ ਹੈਸੀਅਤ ਦੇ ਮੁਤਾਬਕ ਕਰਜ਼ਾ ਲੈ ਕੇ ਉਹਨੂੰ ਸੋਚਦਾ ਕਿ ਇਹਨੂੰ ਮੋੜਨਾ ਕਿੱਦਾਂ। ਸਿਰਫ ਤੁਸੀਂ ਦੇਖਿਆ ਹੋਣਾ ਕਾਂਗਰਸ ਪਾਰਟੀ ਦੇ ਪ੍ਰਧਾਨ ਸਿੱਧੂ ਸਾਹਿਬ ਨੇ ਇਹ ਗੱਲ ਉਠਾਈ ਕਿ ਮੇਰੇ ਕੋਲੇ ਰੋਡ ਮੈਪ ਹੈ, ਮੇਰੇ ਕੋਲ ਪਲਾਨ ਹੈ, ਚਾਹੇ ਉਹਨੂੰ ਲਾਗੂ ਮੈਂ ਕਰਾਂ ਚਾਹੇ ਕੋਈ ਹੋਰ ਕਰੇ, ਮੈਨੂੰ ਇਹ ਖੁਸ਼ੀ ਹੋਊਗੀ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਕਿ ਅਸੀਂ ਉਸ ਕਰਜ਼ੇ ਨੂੰ ਕਿਵੇਂ ਮੋੜਿਆ ਜਾਵੇ। ਲੇਕਿਨ ਇੱਕ ਸੈਕਿੰਡ ਮੈਨੂੰ ਲੈਟ ਮੀ ਕੰਪਲੀਟ। ਤਾਂ ਉਹ ਰੋਡ ਮੈਪ ਜਦੋਂ ਅਸੀਂ ਨਕਸ਼ਾ, ਜੇ ਅਸੀਂ ਕੋਈ ਮਕਾਨ ਬਣਾਉਂਦੇ ਆ, ਘਰ ਬਣਾਉਂਦੇ ਆ, ਤਾਂ ਸਾਡੇ ਕੋਲ ਰੋਡ ਮੈਪ ਹੁੰਦਾ। ਸਾਡੇ ਕੋਲ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ, ਕਾਂਗਰਸ ਪਾਰਟੀ ਦੇ ਵਿੱਚ ਰੋਡ ਮੈਪ ਅਸੀਂ ਤਿਆਰ ਕੀਤਾ, ਉਹਨੂੰ ਮੋੜਨ ਦੀ ਗੱਲ ਕੀਤੀ, ਉਹਨੂੰ ਕਿਹਾ ਸੀ ਇਸ ਤਰ੍ਹਾਂ ਮੋੜਿਆ ਜਾਵੇਗਾ। ਤਾਂ ਮੈਂ ਸਮਝਦਾ ਬਹੁਤ ਹੀ ਵਧੀਆ ਗੱਲ ਕੀਤੀ ਹੈ ਸਿੱਧੂ ਸਾਹਿਬ ਨੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮੁੜੇਗਾ ਵੀ ਔਰ ਨੌਜਵਾਨ ਇੱਥੇ ਰੁਕੇਗਾ ਵੀ ਔਰ ਪੰਜਾਬ ਦੀ ਡਿਵੈਲਪਮੈਂਟ ਵੀ ਹੋਏਗੀ। ਸਿੱਧੂ ਸਾਹਿਬ ਦਾ ਬਿਆਨ ਆਇਆ ਸੀ, ਪਿੱਛੇ ਪੜਿਆ, ਸਿੱਧੂ ਸਾਹਿਬ ਖੁਦ ਕਹਿ ਰਹੇ ਆ, ਕਾਂਗਰਸ ਪਾਰਟੀ ਦੇ ਪ੍ਰਧਾਨ ਕਹਿੰਦੇ ਵੀ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਜਦੋਂ ਐਲਾਨ ਕੀਤਾ ਗਿਆ ਰਾਹੁਲ ਗਾਂਧੀ ਜੀ ਵੱਲੋਂ, ਤਾਂ ਉਹ ਕਹਿ ਰਹੇ ਆ ਕਿ ਚੰਨੀ ਜੀ ਸੀਐਮ ਤਾਂ ਉਦੋਂ ਬਣਨਗੇ ਜਦੋਂ 60 ਸੀਟਾਂ ਦੇ ਨੇੜੇ ਲੱਗਣਗੇ। ਇਹਨਾਂ ਦੇ ਪ੍ਰਧਾਨ ਸਾਹਿਬ ਦੀ ਖੁਦ ਵਰਡਿੰਗ ਹੈ। ਸੋ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਡਾਕਟਰ ਸਾਹਿਬ ਕਿ ਸਿੱਧੂ ਸਾਹਿਬ ਦੀ ਜਿਹੜੀਆਂ ਗੱਲਾਂ ਨੇ ਨਾ, ਉਹ ਰੂਟ ਜਿਹੜੇ ਨੀਚੇ ਲੈਵਲ ਤੇ ਨੇ ਨਾ, ਜੋ ਪੰਜਾਬ ਨੂੰ ਚਾਹੀਦਾ ਉੱਥੇ ਨਹੀਂ ਖਰੀਆਂ ਉਤਰਦੀਆਂ। ਉਹ ਜੋ ਉਹਨਾਂ ਦੇ ਮੂੰਹ ਜਾਂਦਾ ਬੋਲੀ ਜਾਂਦੇ ਆ, ਮੈਂ ਇਦਾਂ। ਪਿਛਲੇ 5 ਸਾਲ ਆ ਹੁਣ ਪ੍ਰਧਾਨ ਰਹੇ ਨੇ, ਉਹ ਕੀ ਕੀਤਾ ਉਹਨਾਂ ਨੇ? ਦੱਸ ਦਿਓ ਮੈਨੂੰ ਇੱਕ ਵੀ ਕੰਮ, ਕੋਈ ਇੱਕ ਕੰਮ ਗਿਣਾ ਦਿਓ 5 ਸਾਲ ਦੇ ਵਿੱਚ। ਕੋਈ ਲੁਧਿਆਣੇ ਦੱਸ ਦਿਓ, ਤੁਹਾਡੇ ਇੱਥੋਂ ਵੈਸਟ ਤੋਂ ਤੁਹਾਡੇ ਮੰਤਰੀ ਸਾਹਿਬ ਨੇ, ਆਸੂ ਸਾਹਿਬ, ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕੋਈ ਇੱਕ ਪ੍ਰੋਜੈਕਟ ਲਿਆਂਦਾ, ਕੋਈ ਕਾਲਜ ਅਪਗ੍ਰੇਡ ਕੀਤਾ ਹੋਵੇ, ਕੋਈ ਹੈਲਥ ਵਾਸਤੇ ਕੋਈ ਕੰਮ ਕੀਤਾ ਹੋਵੇ, ਜਾਂ ਕੋਈ ਟ੍ਰੈਫਿਕ ਨੂੰ ਸੁਧਾਰਿਆ ਹੋਵੇ। ਤੁਸੀਂ ਮੈਨੂੰ ਦੱਸੋ, ਮੈਂ ਵੈਸਟ ਤੋਂ ਬਿਲੋਂਗ ਕਰਦਾ, ਕੋਈ ਦੱਸੋ ਕੋਈ ਕੰਮ ਕੀਤਾ ਹੈ? ਸਿੱਧੂ ਸਾਹਿਬ ਨੇ ਸਿਰਫ ਗੱਲਾਂ ਕਰਨ ਦੇ ਨਾਲ ਕੰਮ ਨਹੀਂ ਹੁੰਦੇ,
ਸਿੱਧੂ ਸਾਹਿਬ ਪਹਿਲੇ ਕਦੀ ਭਾਰਤੀ ਜਨਤਾ ਪਾਰਟੀ 'ਚ ਕਦੀ ਕਾਂਗਰਸ 'ਚ ਹਰ ਬੰਦੇ ਨੂੰ ਉਹ ਕਹਿੰਦੇ ਕਿ ਮਾੜਾ ਉਹਨਾਂ ਨੇ ਖੁਦ ਮੰਨਿਆ, ਇਹ ਮੈਂ ਨਹੀਂ ਕਹਿ ਰਿਹਾ, ਇਹ ਆਪਣੇ ਜਿਹੜੇ ਅਖਬਾਰਾਂ ਜਾ ਰਿਹਾ ਉਹ ਕਹਿੰਦੇ ਵੀ ਚੰਨੀ ਮੁੱਖ ਮੰਤਰੀ ਤਾਂ ਬਣੂਗਾ ਜੇ 60 ਸੀਟਾਂ ਦੇ ਨੇੜੇ ਲੱਗੂਗਾ। ਇਟ ਮੀਨਸ ਕਿ ਜਿਹੜਾ ਪਾਰਟੀ ਪ੍ਰਧਾਨ ਹੀ ਕਹਿ ਰਿਹਾ ਉਹ ਕੀ ਸਰਕਾਰ ਲਿਆਊਗਾ ਤੇ ਕੀ ਡਿਵੈਲਪਮੈਂਟ ਕਰੂਗਾ। ਦੇਖੋ ਬੋਪਰ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹਨਾ, ਜੇ ਇਹ ਕਹਿੰਦੇ ਸਿੱਧੂ ਸਾਹਿਬ ਦਾ ਮਾਡਲ ਬਹੁਤ ਵਧੀਆ, ਫਿਰ ਸਿੱਧੂ ਸਾਹਿਬ ਨੂੰ ਪਿੱਛੇ ਕਿਉਂ ਕੀਤਾ? ਕਾਂਗਰਸ ਪਾਰਟੀ ਨੇ ਤਾਂ ਚਿਹਰਾ ਤੇ ਚੰਨੀ ਸਾਹਿਬ ਲਿਆਂਦਾ, ਹੁਣ ਤਾਂ ਪਿੱਛੇ ਉਹਨਾਂ ਦਾ ਡੀਮੋਰਲਾਈਜ਼ ਕਰਤਾ। ਦੂਜੀ ਗੱਲ ਤੁਹਾਨੂੰ ਯਾਦ ਹੋਣਾ, ਦੂਜੀ ਪਾਰਟੀ ਚਲੋ ਅੱਜ ਨਹੀਂ ਆਈ, ਆਮ ਆਦਮੀ ਪਾਰਟੀ ਨੇ ਕਿਹਾ ਸੀ 1000 ਰੁਪਏ ਹਰ ਔਰਤ ਨੂੰ ਦੇਵਾਂਗੇ 18 ਸਾਲ ਤੋਂ ਉੱਤੇ, ਤੇ ਇਹਨਾਂ ਨੇ ਕਹਿੰਦਾ ਸੀ ਮੈਂ ਮੇਰੀ ਵਾਈਫ ਨੂੰ ਮਿਲੂਗਾ ਤੇ ਵਗਾ ਕੇ ਮਾਰਾਂਗੇ, ਤੇ ਨਾਲ ਹੀ ਇਹਨਾਂ ਨੇ ਅਨਾਉਂਸ ਕਰਤਾ 15 ਦਿਨ ਬਾਅਦ ਵੀ 2000 ਰੁਪਏ ਦੇਵਾਂਗੇ ਅਸੀਂ ਹਰ ਮਹੀਨੇ। 2000 ਰੁਪਏ ਦੇ ਹਿਸਾਬ ਨਾਲ ਜੇ ਆંકੜੇ ਚੈੱਕ ਕਰੀਏ ਤਾਂ 1 ਲੱਖ ਕਰੋੜ ਤੋਂ ਵੱਧ 5 ਸਾਲ ਦਾ ਬਣਦਾ। ਪਹਿਲਾਂ ਹੀ ਸਟੇਟ ਕਰਜ਼ਾਈ ਹੈ, ਤੁਸੀਂ ਤੁਹਾਡੇ ਕੋਲ ਵਿਜ਼ਨ ਕੀ ਹੈ ਜਦ ਇੱਕ ਆਊਟਪੁੱਟ ਹੈ ਨਹੀਂ, ਇੰਨਾ ਬਜਟ ਨਹੀਂ। ਫ੍ਰੀ ਦੇ ਬਹੁਤ ਸਾਰੇ ਵਾਅਦੇ ਨੇ ਨਾ, ਫ੍ਰੀ ਦਾ ਵਾਅਦਾ ਦੇਖੋ ਕੋਵਿਡ ਕਰਕੇ, ਕਿਸਾਨੀ ਸੰਘਰਸ਼ ਕਰਕੇ ਪੰਜਾਬ ਕਿਸਾਨੀ ਸੰਘਰਸ਼ ਦਾ ਕਾਤਲ ਮੰਨਿਆ ਜਾਂਦਾ ਨਹੀਂ ਮੰਨਿਆ। ਮੈਂ ਉਹਦਾ ਵੀ ਦੱਸਦਾ, ਉਹ ਵੀ ਤੁਹਾਨੂੰ ਮੈਂ ਉਹਦੀ ਹਰ ਚੀਜ਼ ਦਾ ਜਵਾਬ ਦਊਂਗਾ। ਗੱਲ ਇਹ ਹੈ ਵੀ ਇਹਨਾਂ ਦੇ 5 ਸਾਲ ਦੇ ਸਰਕਾਰ ਦੇ ਵਿੱਚ ਬਹੁਤ ਭੱਠਾ ਬੈਠਿਆ, 90,000 ਕਰੋੜ ਤੋਂ ਵੱਧ ਦਾ ਕਰਜ਼ਾ ਤਾਂ 5 ਸਾਲਾਂ 'ਚ ਚੜ੍ਹ ਗਿਆ, ਜਦ ਕਿ ਦਿੱਤਾ ਕੁਝ ਵੀ ਨਹੀਂ। ਉਹਦਾ ਫਾਇਦਾ ਕਿਸੇ ਨੇ ਨਾ ਵਜੀਫੇ ਐਸੀਆਂ ਨੂੰ ਮਿਲੇ ਜਿਹੜੇ ਕੇਂਦਰ ਸਰਕਾਰ ਹੁੰਦੇ, ਜਿਹੜੇ ਆਟਾ ਦਾਲ ਕੇਂਦਰ ਸਰਕਾਰ ਤੋਂ ਕੋਵਿਡ ਦੇ ਟਾਈਮ ਹੋਈ ਉਹ ਵੀ ਨਹੀਂ ਦਿੱਤੀ, 3 ਟਾਈਮ ਦੀ ਆਈ ਹੈ। ਇਹ ਅਸੀਂ ਜੋ ਦੇ ਰਹੇ ਹਾਂ ਉਹਦੇ ਵਿੱਚ ਇੱਕ ਤਾਂ ਤੁਹਾਨੂੰ 3 ਚੀਜ਼ਾਂ ਗਿਣਾ ਦਿੱਤੀ। ਵੱਡੀ ਜਿਹੜੀ ਚੀਜ਼ ਹੈ ਸਿਹਤ ਸਹੂਲਤਾਂ, ਸਾਨੂੰ ਸਿਹਤ ਸਹੂਲਤਾਂ ਦੇ ਹਸਪਤਾਲ ਅਪਗ੍ਰੇਡ ਕਰਨੇ ਪੈਣੇ ਆ, ਆਪਣੀਆਂ ਡਿਸਪੈਂਸਰੀਆਂ ਅਪਗ੍ਰੇਡ ਕਰਨੀਆਂ ਪੈਣੀਆਂ। ਅਸੀਂ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਆ ਤੇ ਅਸੀਂ ਜੇ ਆਪਣੇ ਸਰਕਾਰੀ ਹਸਪਤਾਲ ਇਦਾਂ ਦੇ ਬਣਾ ਲਾਂਗੇ, ਤੁਸੀਂ ਜਾ ਕੇ ਦੇਖ ਲਓ ਉੱਤਰਾਖੰਡ 'ਚ, ਯੂਪੀ 'ਚ ਜਾ ਕੇ ਦੇਖ ਲਓ, ਜਿੱਥੇ ਜੋਗੀ ਜੀ ਦੀ ਸਰਕਾਰ ਆ ਕਿੰਨੀਆਂ ਲਾਸ਼ਾਂ ਪਾਣੀ 'ਚ ਮਿਲੀਆਂ। ਸਰ ਹਸਪਤਾਲ ਜਾ ਕੇ ਲਾਸ਼ਾਂ ਦੀ ਗੱਲ ਕਰ ਰਹੇ ਆ ਵੀ ਕਿੰਨੀਆਂ ਲਾਸ਼ਾਂ ਹੀ ਪਾਣੀ 'ਚ ਮਿਲੀਆਂ, ਉੱਥੇ ਸਿਹਤ ਸਹੂਲਤਾਂ ਸੀ। ਉਹਦਾ ਵੀ ਜਵਾਬ ਦੇ ਦੇਣਾ। ਦੂਜੀ ਗੱਲ ਸਿਹਤ ਸੁਵਿਧਾਵਾਂ, ਇੱਕ ਸਿੱਖਿਆ ਦੀ ਗੱਲ ਹੈ, ਜੇ ਸਾਡੇ ਬੱਚੇ ਪੜ੍ਹਨਗੇ ਸਿੱਖਿਆ ਚੰਗੀ ਲੈਣਗੇ। ਕੁਐਸਚਨ ਤਾਂ ਇਹਦੇ ਵਿੱਚ ਇਹ ਹੈ ਕਿ ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਫ੍ਰੀ ਦੀ ਗੇਮ ਖੇਡਣੀ ਚਾਹੀਦੀ ਹੈ ਕਿ ਨਹੀਂ। ਦੇਖੋ ਭਾਰਤੀ ਜਨਤਾ ਪਾਰਟੀ ਨੇ ਕਿਹੜੀ ਫ੍ਰੀ ਦੀ ਰਾਜਨੀਤੀ ਨੇ ਜਿਹੜੀ ਫ੍ਰੀ ਦੀ ਗੱਲ ਕੀਤੀ, ਜੇ ਕੋਈ ਚੀਜ਼ ਸਹੂਲਤ ਦੇਣ ਦੀ ਗੱਲ ਕੀਤੀ ਹੈ, ਪਹਿਲੀ ਗੱਲ ਤਾਂ ਹੱਕ ਹੈ, ਜਿਹੜਾ ਕਰਦਾਤਾ ਜਿਹੜਾ ਸਾਨੂੰ ਕਰ ਦਿੰਦਾ ਉਹਦਾ ਹੱਕ ਬਣਦਾ ਆਪਣੀਆਂ ਚੀਜ਼ਾਂ ਡਿਵਰਟ 'ਚ ਵਾਪਸ ਲੈਣ ਦੇ, ਕਿਉਂਕਿ ਗੁੱਡ ਗਵਰਨੈਂਸ ਦਾ ਮਤਲਬ ਕੀ ਹੁੰਦਾ? ਗੁੱਡ ਗਵਰਨੈਂਸ ਦੇਣੀ ਅਸੀਂ ਦੇਣੀ ਹੈ। ਤੁਸੀਂ ਸਾਡਾ ਚੋਣ ਮੈਨੀਫੈਸਟੋ ਪਿਛਲਾ ਕੱਢ ਲਓ, ਉਹਦੇ ਵਿੱਚ ਚੋਣ ਮੈਨੀਫੈਸਟੋ ਇਨ ਬਿਨ ਨਾ ਲਾਗੂ ਹੋਵੇ 19-21 ਦਾ ਫਰਕ ਨਹੀਂ ਹੋਊਗਾ। ਦੂਜੀ ਗੱਲ 15 ਲੱਖ ਵਾਲਾ ਤਾਂ ਜੁਮਲਾ ਨਹੀਂ, ਉਹ ਚੋਣ ਮੈਨੀਫੈਸਟੋ 'ਚ ਕੋਈ ਹੈ ਹੀ ਨਹੀਂ। ਚੋਣ ਮੈਨੀਫੈਸਟੋ ਦੀ ਗੱਲ ਕਰਨਾ, ਚੋਣ ਮੈਨੀਫੈਸਟੋ ਅਸੀਂ ਲੋਕਾਂ 'ਚ ਹੁਣ ਵੀ ਲੈ ਕੇ ਆਣਾ। ਚੋਣ ਮੈਨੀਫੈਸਟੋ 'ਚ ਉਹ ਜਿਹੜੇ ਕਹਿ ਰਹੇ ਕਾਂਗਰਸ ਵਾਲੇ ਕੋਈ ਨਾ ਕੋਈ ਗੱਲ ਕੱਢ ਲੈਂਦੇ, ਉਹਦਾ ਐਸੀ ਵੀ ਕਾਲਾ ਧਨ ਅਸੀਂ ਉਹਦੀ ਕੋਸ਼ਿਸ਼ ਜਾਰੀ ਹੈ। ਕਈ ਰੁਕਾਵਟਾਂ ਤੁਹਾਨੂੰ ਪਤਾ ਵੱਡ ਲੈਵਲ ਤੇ ਰੁਕਾਵਟਾਂ ਹੁੰਦੀਆਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਚੋਣੀ ਮੈਨੀਫੈਸਟੋ ਅਸੀਂ ਲੈ ਕੇ ਆਂਦਾ ਅਸੀਂ ਇਹਨਾਂ ਨੂੰ ਲਾਗੂ ਕੀਤਾ। ਜਿਹੜਾ ਹੁਣ ਪੰਜਾਬ ਵਾਸਤੇ ਚੋਣ ਮੈਨੀਫੈਸਟੋ ਕਰਾਂਗੇ ਉਹਦੇ 'ਚ ਫ੍ਰੀ ਨਹੀਂ, ਜਿਹੜੀਆਂ ਚੀਜ਼ਾਂ ਸਹੂਲਤਾਂ ਬਣਦੀਆਂ ਸਾਡੀਆਂ ਦੇਣੀਆਂ ਅਸੀਂ ਉਹ ਸਹੂਲਤਾਂ ਦੇਵਾਂਗੇ ਤਾਂ ਜੋ ਇੱਥੇ ਦੇ ਲੋਕ ਖੁਸ਼ਹਾਲ ਰਹਿ ਸਕਣ। ਨਹੀਂ ਫ੍ਰੀ ਹੋਣੀ ਚਾਹੀਦੀ ਕਿ ਨਹੀਂ, ਮੇਰਾ ਕੁਐਸਚਨ ਯੈਸ ਔਰ ਨੋ। ਦੇਖੋ ਫ੍ਰੀ ਜੇ ਆਪਾਂ ਲੌਂਗ ਟਰਮ ਨੂੰ ਦੇਖੋਗੇ ਜਿਹੜੀ ਫ੍ਰੀ ਦੇਣੀ ਹੈ ਉਹ ਕਿਸੇ ਨਾ ਕਿਸੇ ਦੀ ਮੇਰੀ GST ਕੱਟ ਕੇ ਆਪਦੀ ਤੁਸੀਂ GST ਕਟਾ ਕੇ ਕਿਸੇ ਤੋਂ ਇਨਕਮ ਟੈਕਸ ਲੈ ਕੇ ਉਹੀ ਦੇਵੋਗੇ ਨਾ ਪੈਸਾ। ਦੇਖੋ ਸਬਸਿਡੀ ਚਾਹੀਦੀ ਹੈ, ਸਾਡਾ ਪੈਸਾ ਕਿਸੇ ਨੂੰ ਕਿਉਂ? ਮੈਂ ਕਹਿੰਦਾ ਅਸੀਂ ਭਾਰਤੀ ਜਨਤਾ ਪਾਰਟੀ ਸਬਸਿਡੀ ਤੇ ਵਿਸ਼ਵਾਸ ਕਰਦੇ ਕਿਉਂਕਿ ਜ਼ਰੂਰਤ ਹੈ ਕੋਰੋਨਾ ਕਾਲ ਦੇ ਵਿੱਚ। ਫ੍ਰੀ ਨਹੀਂ ਦੇਣੀ ਚਾਹੀਦੀ। ਮੈਂ ਕਹਿੰਦਾ ਅਸੀਂ ਸਬਸਿਡੀ ਦਿੰਦੇ ਜਿਹੜੀ ਚੀਜ਼ ਦੇ ਸਕਦੇ ਹਾਂ, ਬਿਜਲੀ ਕੰਜ਼ੰਪਸ਼ਨ ਦਿੱਤੀ ਹੈ। ਮੈਂ ਤੇ ਓਵਰ ਅਸੀਂ ਤਾਂ ਕਿਹਾ ਨਹੀਂ ਵੀ ਬਿਜਲੀ ਫ੍ਰੀ ਦੇਣੀ ਹੈ, ਅਸੀਂ ਤਾਂ ਕਿਹਾ 3 ਰੁਪਏ ਯੂਨਿਟ ਦੇਵਾਂਗੇ, 300 ਯੂਨਿਟ ਪਹਿਲੇ ਫ੍ਰੀ ਦੇਵਾਂਗੇ। ਸਹੀ ਗੱਲ ਸੁਣੋ, 300 ਯੂਨਿਟ ਪਹਿਲਾਂ ਫ੍ਰੀ ਕਿਉਂ ਦੇਣੇ? ਕਿਉਂਕਿ ਜ਼ਰੂਰਤ ਹੈ, ਜਿਹੜੇ ਸਾਨੂੰ ਕਰ ਦਿੰਦੇ ਉਹਨਾਂ ਦਾ ਉਹੀ ਕਹਿ ਰਿਹਾ। ਫ੍ਰੀ ਨਹੀਂ ਇਹਨੂੰ ਫ੍ਰੀ ਨਹੀਂ, ਇਹ ਵਰਡ ਠੀਕ ਨਹੀਂ ਆ ਫ੍ਰੀ। ਇਹਦਾ ਮਤਲਬ ਇਹ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਚੀਜ਼ ਉਹਨਾਂ ਦਾ ਪੰਜਾਬ ਵਿੱਚ ਜਿਹੜਾ ਪੰਜਾਬੀ ਦਾਨੀ ਸੀ ਉਹ ਇਸ ਚੀਜ਼ ਨਾਲ ਮੰਗਤਾ ਬਣ ਰਿਹਾ। ਦੇਖੋ ਤੁਸੀਂ ਤਾਂ ਕਹਿ ਰਹੇ ਫ੍ਰੀ ਮਾੜਾ ਸ਼ਬਦ ਹੈ, ਪਰ ਦਾਨੀ ਮੈਂ ਇਸ ਵਰਡ ਦੇ ਨਾਲ ਇਤਫਾਕ ਨਹੀਂ ਰੱਖਦਾ। ਮੈਂ ਬਾਰ-ਬਾਰ ਕਹਿੰਦਾ ਫ੍ਰੀ ਦੀ ਗੱਲ ਨਹੀਂ, ਜਿਨ੍ਹਾਂ ਦਾ ਅਧਿਕਾਰ ਹੈ, ਜਿਹੜੇ ਸਾਨੂੰ ਟੈਕਸ ਸਾਰਾ ਇੱਕ ਬੰਦਾ ਤੁਸੀਂ ਕਹਿੰਦੇ ਵੀ ਉਹ ਬੰਦਾ ਟੈਕਸ ਨਹੀਂ ਦਿੰਦਾ, ਸਾਬਣ ਦੇ ਟਿੱਕੀ ਲੈ ਕੇ ਆਉਂਦਾ ਉੱਤੇ ਵੀ ਟੈਕਸ ਹੈ, ਜੇ ਟੂਥਪੇਸਟ ਲੈ ਕੇ ਆਉਂਦਾ ਉੱਤੇ ਵੀ ਟੈਕਸ, ਹਰ ਚੀਜ਼ ਤੇ ਟੈਕਸ ਹੈ, ਬੱਚਾ ਜੰਮਦਾ ਉੱਤੇ ਵੀ ਟੈਕਸ ਹੈ। ਟੋਲ ਪਲਾਜ਼ਾ ਨਹੀਂ ਦੇਣਾ ਪੈਂਦਾ ਉੱਤੇ ਟੈਕਸ ਹੈ ਨਹੀਂਗਾ। ਦੇਖੋ ਇਹ ਤਾਂ ਟੈਕਸ ਹੈਗਾ। ਦੇਖੋ ਇਹ ਤਾਂ ਕੋਈ ਵੀ ਉੱਥੇ ਚੀਜ਼ਾਂ ਲਿਖੀਆਂ ਹੋਈਆਂ ਜਿਹੜੇ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੇ ਸਾਰਿਆਂ ਮਿਲਦੀ ਹੈ ਨਾ। ਮੈਂ ਕਹਿੰਦਾ ਮਿਲਦੀ ਹੈ, ਮੈਂ ਤਾਂ ਕਹਿੰਦਾ ਮੇਰਾ ਸਿੰਪਲ ਇੰਨਾ ਸੀ ਵੀ ਤੁਹਾਨੂੰ ਐਮਐਲਏ ਨੂੰ ਵੀ ਮਿਲਦੀ ਹੈ ਤਾਂ ਕਾਂਗਰਸ, ਇਹ ਤਾਂ ਹੈ ਨਹੀਂ ਵੀ ਇਕੱਲੇ ਭਾਰਤੀ ਜਨਤਾ ਪਾਰਟੀ ਨੂੰ ਮਿਲਦੀ ਹੈ, ਅਕਾਲੀ ਦਲ ਨੂੰ ਮਿਲਦੀ ਹੈ, ਕਾਂਗਰਸ ਨੂੰ ਵੀ ਮਿਲਦੀ ਹੈ। ਪਰ ਮੇਰਾ ਤਾਂ ਸਵਾਲ ਸਿਰਫ ਇੰਨਾ ਹੀ ਸੀ ਕਿ ਇਹ ਫ੍ਰੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਨਹੀਂ, ਸਾਡੇ ਫਿਊਚਰ ਨੂੰ ਵੇਖ ਕੇ, ਦੇਖੋ ਸਾਡੇ ਬੱਚਿਆਂ ਦੇ ਭਵਿੱਖ ਨੂੰ ਵੇਖ ਕੇ। ਸਭ ਤੋਂ ਪਹਿਲਾਂ ਤਾਂ ਸਾਨੂੰ ਐਜੂਕੇਸ਼ਨ ਸਿਸਟਮ ਸੁਧਾਰਨਾ ਪੈਣਾ। ਦੂਜਾ ਸਾਨੂੰ ਮੈਂ ਉਹੀ ਦੱਸ ਰਿਹਾ, ਦੂਜਾ ਕੰਮ ਹੈ ਸਾਨੂੰ ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਸੈੱਟ ਕਰਨਾ ਪੈਣਾ। ਫਿਰ ਸਬਸਿਡੀ ਦੀ ਗੱਲ ਦੇਣੀ ਪਊਗੀ, ਉਹ ਤਾਂ ਮੈਂ ਦੱਸ ਰਿਹਾ ਨਾ ਕਿਉਂ। ਤੁਸੀਂ ਗੱਲ ਮੇਰੀ ਪੂਰੀ ਲੰਦੋ, ਕਿਉਂ ਦੇਣੀ ਪੈਣੀ ਹੈ? ਕਿਉਂਕਿ ਕੋਰੋਨਾ ਕਾਲ ਦੇ ਵਿੱਚ ਬਹੁਤ ਅਸੀਂ ਪਿੱਛੇ ਗਏ। ਕੋਰੋਨਾ ਕਾਲ ਸਬਸਿਡੀ ਚਾਹੀਦੀ ਹੈ, ਉਹ ਸਾਰੇ ਦੇਸ਼ ਹੀ ਗਿਆ ਉਵੇਂ। ਜਦੋਂ ਅਸੀਂ ਆ ਚੀਜ਼ਾਂ, ਜਦੋਂ ਅਸੀਂ ਆਪਣੇ ਆਪ ਨੂੰ ਸੈਲਫ ਡਿਪੈਂਡੈਂਟ ਕਰ ਦਾਂਗੇ, ਅਸੀਂ ਤਾਂ ਆਪਕੇ ਨੇ ਹਰ ਕੰਮ
ਜਦੋਂ ਹਰ ਕੰਮ ਦੇ ਆ ਗਏ ਤੇ ਫਿਰ ਸਬਸਿਡੀ ਇੰਡਾਇਰੈਕਟ ਤੁਸੀਂ ਮੰਨਦੇ ਹੋ ਕਿ ਤੁਸੀਂ ਫ੍ਰੀ ਵਾਲੀਆਂ ਕਿਤੇ ਸਕੀਮਾਂ ਵਾਪਸ ਲਾਓਗੇ। ਅਕਾਲੀ ਦਲ ਦੇ ਉੱਤੇ ਕੀ ਸਟੈਂਡ ਰਹੂਗਾ ਦੋ ਸਾਹਿਬ? ਦੇਖੋ ਜਿਹੜਾ ਆਪਾਂ ਹੁਣ ਜਿੱਦਾਂ ਪੈਨਸ਼ਨ ਸਕੀਮ ਹੁੰਦੀ ਆ ਵੀ ਸਰਕਾਰ ਤੋਂ ਦਿੱਤੀ ਜਾਂਦੀ ਆ, ਜਿਹੜੀ ਪਬਲਿਕ ਦਾ ਟੈਕਸ ਹੁੰਦਾ ਪਰ ਉਹਨੇ 15 ਆਪਣੇ 20-22 ਸਾਲ ਦੇ ਪੈਨਸ਼ਨ ਤਾਂ ਉਹਨੂੰ ਮਿਲੇ ਨੇ, 20-22 ਸਾਲ ਆਪਣੇ ਲਾਏ ਹੋਣ ਕਿਤੇ ਸਰਕਾਰੀ ਜੋਬ। ਉਹਦੀ ਗੱਲ ਦੇ ਉੱਪਰ ਆ ਰਹੇ ਹਾਂ। ਦੇਖੋ ਸੁਵਿਧਾ ਦੇਣੀਆਂ ਫਰਜ਼ ਬਣਦਾ ਸਰਕਾਰਾਂ ਦਾ, ਬਾਹਰਲੀ ਅਫੋਰਡ ਦੀਆਂ ਸਰਕਾਰਾਂ ਵੀ ਸਾਰੀਆਂ ਦਿੰਦੀਆਂ ਹੈਗੀਆਂ ਨੇ, ਔਰ ਬੱਚੇ ਦੇ ਜਨਮ ਤੋਂ ਲੈ ਕੇ ਪ੍ਰੈਗਨੈਂਸੀ ਤੋਂ ਲੈ ਕੇ ਪੜਾਈ ਤੱਕ ਸਭ ਕੁਝ ਕੰਮ ਦੇਣ ਦੀ ਨਾਲ ਗਾਰੰਟੀ ਦਿੰਦੀਆਂ ਨੇ, ਕੰਮ ਦੇ ਕੇ ਫਿਰ ਮੁੜ ਕੇ ਟੈਕਸ ਨਹੀਂ ਲੈ ਵੀ ਲੈਂਦੀਆਂ। ਸਰ ਮੈਂ ਉਹੀ ਗੱਲ ਦੇ ਮੁੱਦੇ ਤੇ ਆ ਰਿਹਾ, ਜੇ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਕਿ ਇਹ ਦੇਣੀਆਂ ਬਣਦੀਆਂ ਨੇ ਕਿ ਨਹੀਂ ਬਣਦੀਆਂ, ਮੈਂ ਕਹਿੰਦਾ ਕਿ ਜਿੱਦਾਂ ਹੁਣ ਆਪਾਂ ਪੈਨਸ਼ਨਾਂ ਦਿੰਦੇ ਆ, ਬਜ਼ੁਰਗ ਪੈਨਸ਼ਨ ਦਿੰਦੇ ਆ, ਜਿਹੜਾ ਬਜ਼ੁਰਗ ਲੇਡੀ ਜਿਹੜੀ 58 ਸਾਲ ਤੱਕ ਹੋ ਜਾਂਦੀ ਆ, ਔਰ ਜਿਹੜਾ ਜੈਂਟਸ ਆ ਉਹ 65 ਸਾਲ ਤੱਕ ਹੋ ਜਾਂਦਾ, ਆਪਾਂ ਉਹਨਾਂ ਨੂੰ ਸੁਵਿਧਾ ਦਿੰਦੇ ਆ, ਪੈਨਸ਼ਨ ਸੁਵਿਧਾ ਦਿੰਦੇ ਆ, ਠੀਕ ਹੈ ਨਾ ਜੀ। ਇਹ ਦੇਣੀਆਂ ਬਣਦੀਆਂ ਹੈਲਥ ਲਈ, ਜਿੱਦਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਕੱਢਿਆ ਸੀ। ਮੈਂ ਉਹ ਹੈਲਥ ਤੇ ਉਹਦੀ ਗੱਲ ਨਹੀਂ ਕਰ ਰਿਹਾ, ਮੈਂ ਜਿਵੇਂ ਤੁਸੀਂ ਆਹ 2000 ਰੁਪਏ ਆਟਾ ਲਾ ਲਓ, 420 ਦੀ ਸਕੀਮ ਜਿਵੇਂ ਕਹਿੰਦੇ, ਜੇ ਪਾਰਟੀ ਦੇ ਏਜੰਡੇ 'ਚ ਲਿਖਿਆ ਤਾਂ ਪਾਰਟੀ ਨੇ ਫੈਸਲਾ ਕੀਤਾ ਤਾਂ ਦੇਣੀਆਂ ਬਣਦੀਆਂ ਨੇ ਜੀ। ਨਹੀਂ ਬਣਦੀਆਂ, ਪਰ ਮੇਰਾ ਸਵਾਲ ਇਹ ਆ ਕਿ ਇਹ ਓਵਰਆਲ ਮੈਂ ਵੈਸੇ ਪੁੱਛਦਾ, ਮੇਰੇ ਹਿਸਾਬ ਨਾਲ ਜੇਕਰ ਇਹ ਆਦਤ ਪਾਉਣੀ ਚਾਹੀਦੀ ਹੈ ਲੋਕਾਂ ਨੂੰ ਕਿ ਨਹੀਂ? ਇਹ ਤਾਂ ਫਿਰ ਸਰਕਾਰ ਨੂੰ ਦੇਣੀ ਚਾਹੀਦੀ ਹੈ, ਪਬਲਿਕ ਨੂੰ ਕਿਸੇ ਵੀ ਰੂਪ 'ਚ ਹੁਣ ਦੇਣੀ ਚਾਹੀਦੀ ਹੈ। ਜੇ ਦੇਦੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਜਿਹਦੇ ਤੇ ਕਰਜ਼ਾ ਚੜਦਾ ਨਾਲ ਉਹਦੇ ਨਹੀਂ ਆਪਾਂ ਹੁਣ ਜਿੱਦਾਂ ਹੁਣ ਲੋੜਵੰਦ ਨੂੰ ਮਿਲੇ ਕੋਈ ਦਿੱਕਤ ਨਹੀਂ। ਸਰ ਲੋੜਵੰਦ ਵਾਸਤੇ ਹੀ ਆ ਸਾਰੀਆਂ ਫੈਸਿਲਿਟੀਆਂ। ਪਰ ਜਨਰਲ ਪਰ ਮੈਂ ਦੇਖਿਆ ਨੀਲੇ ਕਾਰਡ ਬਹੁਤ ਸਾਰੇ ਆਏ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ। ਨਹੀਂ ਸਰ, ਮੈਂ ਬਤੌਰ ਸਰਪੰਚ ਰਿਹਾ ਹਾਂ, ਮੈਂ ਜਿੱਥੇ ਲੋੜਵੰਦ ਸੀਗੇ ਮੇਰੇ ਪਰਿਵਾਰ, ਜਿਸ ਪਿੰਡ ਤੋਂ ਮੈਂ ਸਰਪੰਚ ਰਿਹਾ, ਉੱਥੇ ਅਸੀਂ ਉਹਨਾਂ ਨੂੰ ਦਿੱਤੇ ਆ। ਔਰ ਮੈਂ ਮੰਨਦਾ ਕਿ ਕਈ ਘਰਾਂ ਦੇ ਵਿੱਚ ਇਹੋ ਜਿਹੀ ਪੋਜੀਸ਼ਨ ਆ ਕਿ ਉਹ ਸ਼ਾਮ ਦੀ ਰੋਟੀ ਜੇ ਸਵੇਰੇ ਕੰਮ ਕਰਦੇ ਤੇ ਸ਼ਾਮ ਨੂੰ ਰੋਟੀ ਖਾਂਦੇ ਆ, ਤੇ ਇੱਥੋਂ ਲੋਕਾਂ ਨੂੰ ਇਸ ਸੁਵਿਧਾ ਦੀ ਵੀ। ਕਾਂਗਰਸ ਦਾ ਇਸ ਤੇ ਕੀ ਸਟੈਂਡ ਹੈ ਕਿ ਇਹ ਫ੍ਰੀ ਵਾਲਾ ਜਿਹੜਾ ਕਿਤੇ ਸਿਸਟਮ ਹੈ, ਇਹ ਸਾਡੇ ਫਿਊਚਰ 'ਚ ਕਿੰਨਾ ਸਾਡੇ ਬੱਚਿਆਂ ਦੇ ਪੋਤਿਆਂ ਤੇ ਕੀ ਪ੍ਰਭਾਵ ਪਾਊਗਾ? ਪ੍ਰੈਣ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਬੜੀ ਫਿਊਚਰ ਦੀ ਗੱਲ ਕੀਤੀ ਹੈ। ਫਿਊਚਰ ਤਦ ਹੀ ਸਹੀ ਹੋ ਸਕਦਾ ਜੇ ਸਾਡਾ ਅੱਜ ਪ੍ਰੈਜ਼ੈਂਟ ਸਹੀ ਹੈ, ਤੇ ਪ੍ਰੈਜ਼ੈਂਟ ਤਦ ਹੀ ਸਹੀ ਹੋ ਸਕਦਾ ਜੇ ਅਸੀਂ ਪਿਛਲੀ ਕੀਤੇ ਕੰਮਾਂ ਨੂੰ ਨਾ ਨਿੰਦ ਕੇ। ਕਾਂਗਰਸ ਪਾਰਟੀ ਦਾ ਜਿਹੜਾ ਇਤਿਹਾਸ ਆ ਬਹੁਤ ਹੀ ਵਧੀਆ ਇਤਿਹਾਸ ਰਿਹਾ ਵਾ, ਸੂਈ ਤੋਂ ਲੈ ਕੇ ਰਾਕਟ ਤੱਕ ਇੱਥੇ ਇੰਡੀਆ 'ਚ ਬਣ ਲੱਗਿਆ, ਜਦ ਕਿ ਇੱਥੇ ਇੰਡੀਆ ਦੇ ਵਿੱਚ ਕੋਈ ਚੀਜ਼ ਨਹੀਂ ਸੀ ਬਣਦੀ। ਜੇ ਮੈਂ ਸੋਚਦਾ ਅਸੀਂ ਇੱਕ ਦੂਜੇ ਦੇ ਉੱਤੇ ਬਲੇਮ ਦੀ ਬਜਾਏ ਚੰਗੇ ਕੰਮ ਨੂੰ ਐਪਰੀਸ਼ੀਏਟ ਕਰਕੇ ਉਹਨੂੰ ਕਹਿ ਕੇ ਕਿ ਤੁਸੀਂ ਆ ਯਾਰ ਚੀਜ਼ ਚੰਗੀ ਕੀਤੀ ਹੈ, ਆ ਤੁਸੀਂ ਇੱਕ ਚੀਜ਼ ਗਲਤ ਕੀਤੀ ਹੈ, ਸਰਕਾਰ ਕਿਸੇ ਦੀ ਵੀ ਹੋਵੇ ਕੋਈ ਵੀ ਖੁੱਲ੍ਹ ਦਿਲੀ ਦੇ ਨਾਲ ਸਾਨੂੰ ਚੱਲਿਆ ਜਾਵੇ ਤਾਂ ਉਹ ਬੜੀ ਬਖੂਬੀ ਉਸ ਚੀਜ਼ ਦੇ ਨਾਲ ਇੰਡੀਆ ਦੀ ਤਰੱਕੀ ਹੋਏਗੀ। ਅਸੀਂ ਇਸੇ ਚੀਜ਼ਾਂ 'ਚ ਫਸੇ ਹੋਏ ਹਾਂ, ਬਲੇਮਬਾਜ਼ੀ ਦੇ ਵਿੱਚ ਕਿ ਇਸ ਚੀਜ਼ ਨੇ ਆਹ ਗਲਤ ਕਰ ਦਿੱਤਾ, ਉਹਨੇ ਆਹ ਗਲਤ ਕਰ ਦਿੱਤਾ, ਉਹਨੇ ਆਹ ਗਲਤ। ਸਾਡੀ ਸੋਚ ਇਸ ਤੋਂ ਬਾਹਰ ਹੀ ਨਹੀਂ ਆ ਸਕੀ, ਅਸੀਂ ਇਸ ਤੋਂ ਉੱਤੇ ਉੱਠ ਹੀ ਨਹੀਂ ਪਾਏ। ਐਪਰੀਸ਼ੀਏਸ਼ਨ ਨਹੀਂ ਕੋਈ ਕਰਦਾ, ਚਾਹੇ ਉਹ ਲੀਡਰ ਜਿਹੜੇ ਵੀ ਕੋਈ ਕੰਮ ਕਰਦੇ ਨੇ, ਗੋਸ਼ਾ ਜੀ ਨੇ, ਚਾਹੇ ਦੂਆ ਜੀ ਨੇ, ਚਾਹੇ ਮੈਂ ਹੋਵਾਂ, ਚਾਹੇ ਸਾਡੀ ਪਾਰਟੀਆਂ ਦੇ ਹੈੱਡ ਹੋਣ, ਜਿਹੜਾ ਵੀ ਅਸੀਂ ਦੂਜੇ ਨੂੰ ਮਾੜਾ ਕਹਿਣ ਲੱਗੇ ਮਿੰਟ ਲਾਉਂਦੇ ਆ। ਲੇਕਿਨ ਉਹਦੀ ਬਜਾਏ ਕੀ ਉਹ ਪ੍ਰਚਾਰ ਕਰਦਾ ਪਾਰਟੀ ਦਾ, ਕੀ ਉਹ ਪਾਰਟੀ ਦੀ ਸੇਵਾ ਕਰ ਰਿਹਾ, ਕੀ ਉਹ ਆਪਣਾ ਟਾਈਮ ਛੱਡ ਕੇ ਕਿਤੇ ਜਾ ਰਿਹਾ, ਕਿਸੇ ਦਾ ਹੱਥ ਫੜ ਰਿਹਾ? ਐਪਰੀਸ਼ੀਏਸ਼ਨ ਇਹਦੇ ਵਿੱਚ ਬਹੁਤ ਫਰਕ ਪਾਇਆ। ਐਪਰੀਸ਼ੀਏਸ਼ਨ ਜ਼ਰੂਰੀ ਹੈ ਜੀ। ਦੂਆ ਸਾਹਿਬ, ਮੈਂ ਇਸ ਤੋਂ ਪਹਿਲਾਂ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ, ਦੋ ਕੁਐਸਚਨ ਨੇ। ਪਹਿਲਾ ਕੁਐਸਚਨ ਤੇ ਇਹ ਹੈ ਕਿ ਪੰਜਾਬੀ ਭਾਸ਼ਾ ਲਈ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਰਹੂਗਾ, ਜਿਹੜਾ ਕਿ 1967 ਵਿੱਚ ਇੱਕ ਐਕਟ ਬਣਿਆ ਸੀਗਾ, ਪੰਜਾਬ ਲੈਂਗੁਏਜ ਆਫੀਸ਼ੀਅਲ ਐਕਟ। 2008 ਦੇ ਵਿੱਚ ਉਹਦੀ ਅਮੈਂਡਮੈਂਟ ਵੀ ਹੋਈ, ਪਰ ਜੋ ਕੁਛ ਉਹਦੇ ਵਿੱਚ ਲਿਖਿਆ ਉਹ ਲਾਗੂ ਨਹੀਂ ਕਦੀ ਹੋਇਆ। ਪੰਜਾਬੀ ਭਾਸ਼ਾ ਲਈ ਚੋਣ ਮੈਨੀਫੈਸਟੋ 'ਚ ਅਕਾਲੀ ਦਲ ਦੇ ਵਿੱਚ ਕੀ ਹੈ? ਸਰ ਮੈਨੂੰ ਪਿਛਲੇ ਸਮੇਂ ਦਾ ਪਤਾ, ਜਦੋਂ ਆਪਣੀ 10 ਸਾਲ ਸਰਕਾਰ ਰਹੀ ਆ, ਬਕਾਇਦਾ ਸਰਕਾਰੀ ਤੌਰ ਤੇ ਇਹ ਮਤਲਬ ਲੈਟਰਸ ਕੱਢੀਆਂ ਗਈਆਂ ਸੀਗੀਆਂ ਸਾਰੇ ਆਫਿਸਰਾਂ ਨੂੰ ਵੀ ਸਾਰਾ ਜਿਹੜੇ ਕੰਮ ਆ ਪੰਜਾਬੀ 'ਚ ਹੋਣੇ ਚਾਹੀਦੇ ਆ। ਮੈਕਸੀਮਮ ਸਾਰੇ ਜਿਹੜੇ ਆਪਣੇ ਦਫ਼ਤਰ ਸੀ ਸਰਕਾਰੀ, ਉਹਨਾਂ 'ਚ ਪੰਜਾਬੀ ਜਿਹੜੀ ਆ ਉਹ ਪੂਰਜੋਰ ਤਰੀਕੇ ਦੇ ਨਾਲ ਲਾਗੂ ਵੀ ਹੋਈ ਸੀ। ਕਿਧਰੇ ਕਈ ਵਾਰੀ ਕੋਈ ਅਮੈਂਡਮੈਂਟ ਜਿਹੜੀ ਨਹੀਂ, ਉਹ ਪ੍ਰਾਈਵੇਟ ਸਕੂਲਾਂ 'ਤੇ ਵੀ ਲਾਗੂ ਸੀ, ਈਵਨ ਕਿ ਅਦਾਲਤਾਂ ਉੱਤੇ ਵੀ ਲਾਗੂ ਸੀ। ਉਹਦੀਆਂ DC ਲੈਵਲ 'ਤੇ ਕਮੇਟੀਆਂ ਵੀ ਸੀ ਬਣਨੀਆਂ ਵੀ ਜਿਹਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਕੁਛ ਜਿਹੜੇ ਪੰਜਾਬੀ ਮੀਡੀਆ ਨਾਲ ਰਿਲੇਟਡ ਨੇ, ਉਹ ਕੁਝ ਸਮਾਜ ਸੇਵੀ ਸੀ, ਪਰ ਉਹ ਕਿਤੇ ਨਹੀਂ ਬਣੀਆਂ। ਨਹੀਂ ਸਰ, ਸ਼੍ਰੋਮਣੀ ਅਕਾਲੀ ਦਲੋਂ ਹਮੇਸ਼ਾ ਉਪਰਾਲਾ ਕੀਤਾ ਗਿਆ ਪੰਜਾਬੀ ਨੂੰ, ਨਹੀਂ ਪਰ ਉਹ ਬਣੀਆਂ ਹੀ ਨਹੀਂ ਨਾ, ਹੋਇਆ ਹੀ ਨਹੀਂ ਨਾ ਉਹਦੇ ਵਰਕ। ਹੋਇਆ ਵੀ ਬੜਾ ਸੀਗਾ ਸਰ, ਸਰਕਾਰ ਵੇਲੇ ਬਹੁਤ ਇੰਪਲੀਮੈਂਟੇਸ਼ਨ। ਇੱਕ ਜ਼ਿਲ੍ਹੇ ਦੀ ਕਮੇਟੀ ਦੱਸੋ ਕਿ 'ਚ ਬਣੀ? ਸਰ ਮੈਨੂੰ ਬਤੌਰ ਪਤਾ, ਜਦੋਂ ਦੇਖੋ ਇਦਾਂ ਹੁੰਦਾ, ਜਿਹੜਾ ਸਰਕਾਰੀ ਕੰਮ ਆ ਉਹ ਸਰਕਾਰੀ ਜਿਹੜਾ ਸੈਕਟਰੀ ਆ ਜਿਸ ਮੈਂ, ਪਰ 10 ਸਾਲਾਂ ਤੋਂ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਸਾਡੇ ਫਲਾਣੇ ਜ਼ਿਲ੍ਹੇ 'ਚ ਸਾਡੀ ਇਹੀ ਕਮੇਟੀ ਇੱਕ ਬਣਾ ਲਈ ਹੈ। ਨਹੀਂ ਸਰ, ਜਿਹੜੀਆਂ ਕਮੇਟੀਆਂ ਦੀ ਜਿੱਥੋਂ ਗੱਲ ਆ ਉਹਦੇ ਬਾਰੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਦੱਸ ਸਕਦਾ, ਕਿਉਂਕਿ ਮੈਂ ਉਸ ਕੋਈ ਹੁੰਦਾ ਹਿੱਸਾ ਨਹੀਂ ਰਿਹਾ।
ਜਿਹੜੀਆਂ ਕਮੇਟੀਆਂ ਦਾ ਵਿੱਚ ਮੈਂ ਹਿੱਸਾ ਸੀ, ਮੈਂ ਉਸ ਬਾਰੇ ਗੱਲ ਕਰ ਸਕਦਾ ਹੈਗਾ। ਜਿਹੜੇ ਮੈਂ ਗਲਾਡਾ ਦਾ ਹਿੱਸਾ ਰਿਹਾ ਵਾਂ, ਜਿਹੜੇ ਮੈਂ ਕਮੇਟੀ ਦਾ ਹਿੱਸਾ ਰਿਹਾ, ਮੈਨੂੰ ਉਹਦੇ ਬਾਰੇ ਨੌਲੇਜ ਆ। ਪਰ ਮੈਨੂੰ ਇਹ ਪਤਾ ਕਿ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਕਿ ਪੰਜਾਬ ਦੇ ਜਿੰਨੇ ਵੀ ਦਫ਼ਤਰ ਨੇ, ਤੁਸੀਂ ਵੀ ਜਾਣਦੇ ਹੋ, ਉਹਨਾਂ ਦੇ ਵਿੱਚ ਪੰਜਾਬੀ ਲਾਗੂ ਕੀਤੀ ਗਈ ਸੀ। ਹਰ ਦੇ ਮਤਲਬ ਬਾਹਰ ਵੀ ਲਿਖਾ ਕਰ ਦਿੱਤੇ, ਵੀ ਕੋਈ ਅਫਸਰ ਦੇ ਬਾਹਰ ਲਿਖਾ ਕਰ ਕੋਈ ਉਹਨਾਂ ਦੀ ਫੀਤੀ ਲੱਗੀ ਸੀ, ਉਹ ਵੀ ਪੰਜਾਬੀ 'ਚ ਲਿਖੀ ਗਈ ਸੀ। ਹਾਂ, ਕੁਝ ਉੱਥੇ ਕੁਝ ਸ਼ਿਕਾਇਤਾਂ ਆਉਂਦੀਆਂ ਸੀ, ਕੁਝ ਜਿਹੜੇ ਇੰਗਲਿਸ਼ ਸਕੂਲ ਆ ਉਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਥੋੜਾ ਬਹੁਤਾ ਹੁਣ ਵੀ ਆ, ਉਹ ਕੋਈ ਗੱਲ ਨਹੀਂ ਆਉਂਦੀ ਸਰਕਾਰ ਦੇ ਵਿੱਚ ਜਿਹੜਾ ਹੈਗਾ। ਇਹ ਜਿਹੜੀ ਗੱਲ ਆ ਇਹਨੂੰ ਭਾਜਪਾ ਦੇ ਉੱਤੇ ਗੋਸ਼ਾ ਜੀ ਕੀ ਸਟੈਂਡ? ਦੇਖੋ, ਮੈਂ ਪੰਜਾਬ ਵਾਸੀ ਹਾਂ। ਸਭ ਤੋਂ ਪਹਿਲਾਂ ਮੇਰੀ ਮਦਰ ਟੰਗ ਹੈ ਪੰਜਾਬੀ, ਸਾਡੀ ਮਦਰ ਟੰਗ ਹੈ। ਦੇਸ਼ ਦੀ ਭਾਸ਼ਾ, ਨੈਸ਼ਨਲ ਜਿਹੜੀ ਲੈਂਗੁਏਜ ਹੈ ਹਿੰਦੀ ਹੈ। ਅਸੀਂ ਪੰਜਾਬ ਦੇ ਵਿੱਚ ਪੰਜਾਬੀ ਪ੍ਰਮੋਟ ਕਰਨਾ ਬਣਦਾ, ਸਾਡਾ ਪਹਿਲੀ ਲੈਂਗੁਏਜ ਹੀ ਆ। ਉਹਨੂੰ ਅੱਗੇ ਲੈ ਜਿਹੜੀ ਭਾਜਪਾ ਦੀ ਲਿਸਟ ਜਾਰੀ ਹੋਈ ਉਹ ਤੇ ਹਿੰਦੀ 'ਚ ਜਾਰੀ ਚੋਣ ਮੈਨੀਫੈਸਟੋ ਚੈੱਕ ਨਹੀਂ ਕੀਤਾ, ਚੋਣ ਮੈਨੀਫੈਸਟੋ ਦੀ ਵੇਟ ਕਰੋ, ਸਾਰਾ ਕੁਝ ਤੁਹਾਨੂੰ ਪਤਾ। ਮੈਂ ਜਿਹੜੀ ਤੁਹਾਡੀ ਲਿਸਟ ਜਾਰੀ ਕੀਤੀ ਗਈ ਉਹਦੀ ਗੱਲ ਕਰ ਰਿਹਾ। ਨਹੀਂ, ਤੁਸੀਂ ਸ਼ਾਇਦ ਹਿੰਦੀ ਪੜ੍ਹੀ ਹੋਊਗੀ, ਪੰਜਾਬੀ 'ਚ ਵੀ ਨਹੀਂ, ਪੰਜਾਬੀ 'ਚ ਨਹੀਂ ਹੈ, ਲਿਸਟ ਨਹੀਂ ਜਾਰੀ, ਇੰਗਲਿਸ਼ 'ਚ ਵੀ ਹੈਗਾ, ਤਿੰਨੋਂ ਲੈਂਗੁਏਜ ਦੇ। ਨਹੀਂ, ਦੋਨਾਂ ਲੈਂਗੁਏਜ ਜਾਰੀ ਹੋਈ। ਮੈਨੂੰ ਪਹੁੰਚਾ ਦਿਓ, ਮੈਂ ਤਿੰਨੋਂ ਚੀਜ਼ਾਂ ਪਹੁੰਚਾ ਦਾਂਗਾ। ਪੰਜਾਬੀ ਇਸ ਐਕਟ ਉੱਤੇ ਕੀ ਵਰਕ ਕਰੋਗੇ? ਅਸੀਂ ਪੰਜਾਬ ਦੇ ਵਿੱਚ ਪੰਜਾਬੀ ਸਭ ਤੋਂ ਮੋਹਰੀ ਰੱਖਾਂਗੇ ਹਰ ਕੰਮ ਤੇ। ਇਸ ਐਕਟ ਦੇ ਉੱਤੇ ਵਰਕ ਹੋਊਗਾ? ਬਿਲਕੁਲ ਵਰਕ ਹੋਏਗਾ ਜੀ। ਕਹਿਣ ਦੀ ਲੋੜ ਨਹੀਂ, ਮੇਰੀ ਆਪਣੀ ਮਦਦ ਟੰਗ ਹੈ ਤੇ ਮੈਂ ਤਾਂ ਬਿਲਕੁਲ ਜ਼ੋਰ ਸ਼ੋਰ ਨਾਲ ਆਪਣੀ ਪੰਜਾਬੀ ਦੀ ਆਵਾਜ਼ ਉਠਾਵਾਂਗੇ। ਪੰਜਾਬੀ ਦੇ ਵੈਸੇ ਕਿ ਨਾ ਚੁੱਪਚਾਪ ਆਉਂਦੇ, ਨਾ ਚੁੱਪਚਾਪ। ਯਾਨੀ ਕਿ ਅਸੀਂ ਮੰਨ ਲਈਏ ਕਿ ਗੱਡੀਆਂ ਦੇ ਜਿਹੜੀਆਂ ਅਗਲੀਆਂ ਨੰਬਰ ਪਲੇਟਾਂ ਨੇ, ਜੇ ਭਾਜਪਾ ਦੀ ਸਰਕਾਰ ਆਉਂਦੀ ਹੈ ਪੰਜਾਬੀ 'ਚ ਦੇਖੋ, ਇਹ ਤਾਂ ਹੁਣ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਬਣ ਗਈ ਆ, ਉਹ ਤੇ ਆਪਾਂ ਇੰਗਲਿਸ਼ ਵੀ ਸਿੱਖਦੇ ਹਾਂ। ਜੇ ਇੰਗਲਿਸ਼ ਆ ਗਈ ਤੇ ਇਹ ਗੱਲ, ਇਹਨੂੰ ਹੁਣ ਬਾਅਦ 'ਚ ਨਹੀਂ ਪੈਣਾ ਚਾਹੀਦਾ। ਬਾਅਦ 'ਚ ਨਹੀਂ ਪੈਣਾ ਚਾਹੀਦਾ, ਪਰ ਮੈਂ ਇਹ ਤਾਂ ਮੈਂ ਸਮਝਦਾ ਕਿ ਸਾਰੇ ਦੇਸ਼ 'ਚ ਹੁਣ ਜਿਹੜੀ ਲੈਂਗੁਏਜ ਚੱਲ ਨਹੀਂ, ਬਾਕੀ ਸਟੇਟਾਂ 'ਚ ਹੈਗੀ ਆ। ਬਾਕੀ ਸਟੇਟਾਂ 'ਚ ਹੈਗੀ, ਸਾਨੂੰ ਪੜ੍ਹਨ 'ਚ ਪ੍ਰੋਬਲਮ ਆਉਂਦੀ ਹੈ। ਹੁਣ ਇੱਕ ਕਾਮਨ ਲੈਂਗੁਏਜ ਹੋ ਗਈ ਇੰਗਲਿਸ਼। ਫਿਰ ਆਪਾਂ ਬੱਚੇ ਆਇਲਸ ਕਰਕੇ ਬਾਹਰ ਕਿਉਂ ਜਾਂਦੇ ਪਏ, ਇੰਗਲਿਸ਼ ਕਿਉਂ ਸਿੱਖ ਰਹੇ? ਇੱਕ ਨੰਬਰ ਪਲੇਟ ਆਪਣੀ ਪੰਜਾਬੀ 'ਚ ਹੋ ਸਕਦੀ ਹੈ ਤੇ ਇੱਕ ਇੰਗਲਿਸ਼ 'ਚ। ਤੇ ਮੈਂ ਚਾਹਨਾ ਵੀ ਪੰਜਾਬ ਦੀ ਨਹੀਂ ਹੋਣਗੀਆਂ, ਮਤਲਬ ਪੰਜਾਬ ਦੀ ਭਾਸ਼ਾ ਪੰਜਾਬੀ 'ਚ ਅੱਗੇ ਹੋਣੀ ਚਾਹੀਦੀ ਹੈ, ਪੜ੍ਹਨਾ ਚਾਹੀਦਾ। ਬਿਲਕੁਲ ਪੰਜਾਬੀ ਸਾਡੇ ਤਾਂ ਗਿਣਤੀ ਭੁੱਲ ਗਈ ਲੋਕਾਂ ਨੂੰ। ਇੰਗਲਿਸ਼ ਇੰਟਰਨੈਸ਼ਨਲ ਅਸੀਂ ਮੈਂ ਹੁਣੇ ਦੇਸ਼ਾਂ 'ਚ ਬੋਲੀ ਜਾਂਦੀ ਹੈ। ਹੁਣੇ ਥੱਲੇ ਚੱਲ ਜਾਣਾ, ਪੰਜਾਬੀ 10 ਬੰਦੇ ਨੂੰ ਕਹਾਂ ਪੰਜਾਬੀ ਦੀ ਲੈਂਗੁਏਜ, ਇਹਦੇ 'ਚ ਗਿਣਤੀ 10 ਸਿਆਸੀ ਬੰਦੇ ਦੇ ਇਸੇ ਲਈ ਤੇ ਸਵਾਲ ਮੈਂ ਤੁਹਾਨੂੰ ਚੱਕਿਆ ਕਿ ਇਹਦੇ ਉੱਤੇ ਲਾਅ ਵੀ ਬਣ ਗਿਆ, ਵੀ ਬਣ ਗਿਆ, ਸਾਨੂੰ ਵੀ ਆ ਗਿਆ, ਔਰ ਸਾਨੂੰ ਉਡਾੜ ਤੱਕ ਨਹੀਂ ਆਉਂਦਾ। ਪੰਜਾਬੀ ਅਸੀਂ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਤੇ ਕਾਂਗਰਸ ਦੇ ਇਹਦੇ ਉੱਤੇ ਕੀ ਸਟੈਂਡ ਰਹੂਗਾ? ਪੰਜਾਬੀ ਭਾਸ਼ਾ ਦਾ ਜਿਹੜਾ ਐਕਟ ਹੈ, ਆਫੀਸ਼ੀਅਲੀ ਐਕਟ ਬਣਿਆ ਹੋਇਆ ਆਲਰੇਡੀ। ਦੇਖੋ, ਪੰਜਾਬੀ ਭਾਸ਼ਾ ਜਿਹੜੀ ਮਦਰ ਟੰਗ ਆ, ਉਹ ਬਹੁਤ ਹੀ ਵਧੀਆ ਲੱਗਦੀ ਹੈ। ਕਿਉਂਕਿ ਚਾਈਨਾ ਨੇ ਵੀ ਇਹਦੇ 'ਚ ਤਰੱਕੀ ਕੀਤੀ ਹੈ, ਜਰਮਨੀ ਨੇ ਆਪਣੀ ਮਦਰ ਟੰਗ 'ਚ ਹੁਣ ਇੰਟਰਨੈਸ਼ਨਲ ਕਹਿੰਦੇ, ਪਰ ਅੰਗਰੇਜ਼ੀ ਸਿਰਫ 17 ਦੇਸ਼ਾਂ ਜਾਂ 18 'ਚ ਬੋਲੀ ਜਾਂਦੀ ਹੈ। ਦੇਸ਼ ਤੇ 232 ਹੈ। ਜਰਮਨੀ ਨੇ ਆਪਣੀ ਭਾਸ਼ਾ 'ਚ ਤਰੱਕੀ ਕੀਤੀ ਹੈ। ਪੜਾਇਨ ਸਾਹਿਬ, ਬਿਲਕੁਲ ਸਹੀ ਗੱਲ ਹੈ। ਜੇ ਕਾਰ 'ਚ ਕਈ ਵਾਰੀ ਇੰਗਲਿਸ਼ ਸੌਂਗ ਜਾਂ ਹਿੰਦੀ ਲੱਗਿਆ ਹੋਵੇ ਤਾਂ ਮੈਂ ਕਈ ਵਾਰੀ ਕਹਿੰਦਾ ਇਹਨੂੰ ਚੇਂਜ ਕਰੋ ਤੇ ਪੰਜਾਬੀ ਲੱਗਣਾ। ਜਿਹੜੀ ਪੰਜਾਬੀ ਸੁਣ ਕੇ ਸਾਡੀ ਆਤਮਾ ਨੂੰ ਸੰਤੁਸ਼ਟੀ ਹੁੰਦੀ ਹੈ, ਜੋ ਸਾਨੂੰ ਮਤਲਬ ਉਹਦੇ 'ਚ ਮਜ਼ਾ ਆਉਂਦਾ, ਕਿਸੇ 'ਚ ਨਹੀਂ ਆਉਂਦਾ ਬਸ। ਪਰ ਇਹਦੇ 'ਚ ਵੀ ਅਸੀਂ ਕਿਤੇ ਨਾ ਕਿਤੇ ਅਸੀਂ ਹੀ ਕਸੂਰਵਾਰ ਆ, ਕਿਉਂਕਿ ਜੇ ਤੁਸੀਂ ਕਹਿੰਦੇ ਵੀ ਸਾਰਾ ਪੰਜਾਬ ਹੱਲ ਹੋਏਗਾ ਚੋਣ ਮੈਨੀਫੈਸਟੋ 'ਚ ਅਸੀਂ ਉਮੀਦ ਰੱਖੀਏ ਪੰਜਾਬੀ ਵਾਲੇ ਕਿ ਪੰਜਾਬੀ ਮਦਰ ਟੰਗ ਨੂੰ ਪ੍ਰਮੋਟ ਕਰਨ ਲਈ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹਦਾ ਕੁਝ ਹੋਏਗਾ। ਬਿਲਕੁਲ ਹੋਏਗਾ, ਬਿਲਕੁਲ ਇਹਦਾ ਹੱਲ ਹੋਏਗਾ। ਇਹਦੇ ਉੱਤੇ ਪੂਰਾ ਕੰਮ ਕੀਤਾ ਜਾਏਗਾ, ਇੰਟੈਗ੍ਰਿਟੀ 'ਚ ਹੋਏਗਾ। ਤੇ ਅੱਛਾ, ਦੂਸਰਾ ਆਪਣਾ ਆਖਰੀ ਸਵਾਲ ਦੁਆ ਸਾਹਿਬ ਤੁਹਾਨੂੰ, ਵੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਪਾਉਣ? ਕੀ ਹੈ ਉਹਦੇ ਵਿੱਚ ਇਹ ਜੀ ਖਾਸੀਅਤ? ਸਰ, ਸ਼੍ਰੋਮਣੀ ਅਕਾਲੀ ਦਲ ਪੰਜਾਬ, ਕਿਉਂਕਿ ਆਪਾਂ ਅੱਜ ਕੋਈ ਬੇਅਦਬੀ ਵਾਲਾ ਮੁੱਦਾ ਨਹੀਂ ਛੇੜਿਆ, ਅਸੀਂ ਗੱਲ ਕੀਤੀ ਆਪਣੇ ਫਿਊਚਰ ਦੀ। ਬਿਲਕੁਲ ਸਹੀ ਗੱਲ ਹੈ। ਅਸੀਂ ਕੋਈ ਉਹਨੇ ਕਰਾਤਾ, ਉਹਨੇ 84 ਕਰਾਤੀ, ਅਸੀਂ ਇਹਨਾਂ ਮੁੱਦਿਆਂ 'ਚ ਨਹੀਂ ਪੈਂਦੇ। ਹੁਣ ਜਿਹੜੇ ਇਹ ਜ਼ਖਮ ਨੇ ਇਹ ਰਿਸਦੇ ਰਹਿਣੇ ਨੇ, ਔਰ ਇਹਨਾਂ ਦੇ ਮਲਮ ਲੱਗੀ ਨਹੀਂ ਨਾ ਲੱਗਣੀ ਇੱਕ ਬਰੋਬਰ ਆ, ਉਹ ਬੋਲੀ ਜਾਣੇ ਨੇ। ਤੇ ਹੁਣ ਅਸੀਂ ਫਿਊਚਰ ਨੂੰ ਆਪਣੇ ਪੋਤਿਆਂ ਨੂੰ ਕੀ ਦੇਣਾ, ਤੇ ਪੋਤਿਆਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਵੋਟ ਕਿਉਂ ਪਾਉਣ? ਸਰ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਪੰਜਾਬ ਦੇ ਉੱਪਰ ਬਹੁਤਾ ਸਮਾਂ ਸ਼੍ਰੋਮਣੀ ਅਕਾਲੀ ਦਲ, ਸਹਿਯੋਗੀ ਪਾਰਟੀਆਂ ਤੇ ਕਾਂਗਰਸ ਨੇ ਰਾਜ ਕੀਤਾ। ਇਹ ਗੱਲ ਨੂੰ ਆਪਾਂ ਮੰਨਦੇ ਹਾਂ ਜੀ। ਤੇ ਪੰਜਾਬ ਦੀ ਜਨਤਾ ਕੰਪੈਰੀਜ਼ਨ ਕਰ ਸਕਦੀ ਹੈ। ਪੰਜਾਬ ਦੇ ਜਿਹੜੇ ਵੋਟਰ ਬੜੇ ਸੂਝਵਾਨ ਆ। ਪਿਛਲੇ 10 ਸਾਲ ਅਕਾਲੀ ਦਲ ਨੂੰ ਮੌਕਾ ਦਿੱਤਾ। ਅਕਾਲੀ ਦਲ ਦਾ ਉਹਨਾਂ ਨੇ ਸਾਰਾ ਦੇਖਿਆ ਕੀ ਵਿਸਥਾਰ ਹੋਇਆ ਪੰਜਾਬ ਦੇ ਵਿੱਚ, ਕੀ ਲੋਕਾਂ ਦੇ ਜਿਹੜੇ ਕੰਮ ਹੋਏ ਆ, ਉਹ ਸਾਰੇ ਪੰਜਾਬ ਦੀ ਜਨਤਾ ਜਾਣਦੀ ਆ। ਉਸ ਤੋਂ ਬਾਅਦ ਪਿਛਲੇ 5 ਸਾਲ ਕਾਂਗਰਸ ਦਾ ਰਾਜ ਹੋਇਆ। ਸਾਹਮਣੇ ਪਿਆ ਕੰਪੈਰੀਜ਼ਨ ਕਰਨ ਦਾ ਮੁੱਦਾ, ਲੋਕ ਕੰਪੈਰੀਜ਼ਨ ਕਰ ਰਹੇ ਆ, ਔਰ ਲੋਕਾਂ ਨੂੰ ਪਤਾ ਕਾਂਗਰਸ ਦਾ। ਮੈਂ ਜ਼ਿਆਦਾ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ। ਅੱਜ ਜੋ ਹਾਰ ਕਾਂਗਰਸ ਨੇ 5 ਸਾਲ ਦੇ ਜੋ ਵਿੱਚ ਕੀਤਾ, ਇਹਨਾਂ ਦੇ ਆਪਣੇ ਲੀਡਰ ਹੀ ਬੋਲ ਰਹੇ ਆ। ਮਤਲਬ ਚਾਹੇ ਉਹ ਸਿਆਸੀਕਰਨ ਦੀ ਗੱਲ ਹੋਵੇ ਤੇ ਚਾਹੇ ਉਹ ਪੰਜਾਬ ਨੂੰ ਵਾਧੇ ਦੀ ਗੱਲ ਹੋਵੇ, ਇਹਨਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ। ਪਰ ਪਿਛਲੇ 10 ਸਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ, ਉਹ ਸਾਰੀ ਜਨਤਾ ਜਾਣਦੀ ਹੈ। ਲੋਕ ਕੰਪੈਰੀਜ਼ਨ ਕਰ ਚੁੱਕੇ ਪਿਛਲੇ ਕੰਮਾਂ ਨੂੰ ਵੇਖ ਕੇ ਵੋਟ ਮੰਗੋ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ, ਇਸ ਤਰ੍ਹਾਂ ਹੁੰਦਾ, ਇਹ ਮਤਲਬ
ਇਸੇ ਕਰਕੇ ਵੱਡੇ ਬਾਦਲ ਸਾਹਿਬ ਨੂੰ ਚੋਣ ਮੈਨੂੰ ਉਤਾਰਿਆ ਵੀ ਹੁਣ ਉਸੇ ਫੇਸ ਨੂੰ ਹੀ ਵੋਟ ਮਿਲੂਗੀ। ਨਹੀਂ ਵੱਡੇ ਬਾਦਲ ਸਾਹਿਬ ਦੇਖੋ ਕਿੰਨੀ ਵੱਡੀ ਕਾਰਨਾ ਉਹਨਾਂ ਦੀ, 5 ਵਾਰੀ ਮੁੱਖ ਮੰਤਰੀ ਰਹਿਣਾ ਛੋਟੀ ਗੱਲ ਥੋੜਾ। ਬਾਦਲ ਸਾਹਿਬ ਦੀ ਜਿਹੜੀ ਗੱਲ ਕਹੀ ਆ ਜਾਂ ਸੁਖਬੀਰ ਸਿੰਘ ਬਾਦਲ ਦੀ ਕਹੀ ਆ, ਲੋਕ ਸੁਣਦੇ ਆ, ਲੋਕਾਂ ਨੂੰ ਪਤਾ। ਚਾਹੇ ਤੁਸੀਂ ਕਿਸੇ ਵੀ ਵਰਗ ਨੂੰ ਲੈ ਲਓ, ਮੈਂ ਹੁਣ ਜ਼ਿਆਦਾ ਲੰਬੀਆਂ ਗੱਲਾਂ 'ਚ ਨਹੀਂ ਜਾਵਾਂਗਾ ਕਿਉਂਕਿ ਟਾਈਮ ਥੋੜਾ। ਤੁਸੀਂ ਮੇਰੇ ਨਾਲ ਪਹਿਲੇ ਜ਼ਿਕਰ ਕੀਤਾ ਜਿਹੜੀਆਂ ਗੱਲਾਂ ਸਿੱਧੀਆਂ ਸਾਹਮਣੇ ਪਈਆਂ ਨੇ, ਕੰਪੈਰੀਜ਼ਨ ਸਾਹਮਣੇ ਪਿਆ। ਇਹ 10 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਹਿਯੋਗੀ ਪਾਰਟੀਆਂ ਦਾ ਤੇ ਇਹ ਕਾਂਗਰਸ ਦਾ, ਉਹ ਸਾਰੇ ਲੋਕਾਂ ਦੇ ਸਾਹਮਣੇ ਆ। ਲੋਕਾਂ ਨੇ ਜਿਹੜਾ ਹੈਗਾ ਉਹ 20 ਮਾਰਚ ਨੂੰ ਤੇ 10 ਮਾਰਚ ਨੂੰ ਜਿਹੜਾ ਹੈਗਾ ਉਹ ਫਤਵਾ। ਇਹੀ ਸਵਾਲ ਆਖਰੀ ਤੁਹਾਨੂੰ ਵੀ, ਕਿਉਂਕਿ ਭਾਜਪਾ ਦੇ ਮਗਰ ਸੰਘ RSS ਨਾਲ ਜੁੜਦੀ ਹੈ। ਵੈਸੇ ਟੇਢੇ ਜਿਹੇ ਢੰਗ ਨਾਲ ਦੂਆ ਸਾਹਿਬ ਵੀ ਕਹਿ ਗਏ ਨੇ ਵੀ ਸਾਂਝੀਆਂ ਪਾਰਟੀਆਂ ਦੀ ਸਰਕਾਰ ਰਹੀ ਹੈ, ਤੇ ਇਹ ਸਾਂਝ ਤੇ ਜੇ ਸਰਕਾਰ ਕਿਸ ਮੂੰਹ ਨਾਲ ਸ਼ਬਦ ਤੁਹਾਡੇ ਉਹ ਹੋਣਗੇ ਲੋਕ ਵੀ ਤੁਹਾਨੂੰ ਲੋਕ ਤੁਹਾਡੇ ਕੈਂਡੀਡੇਟਾਂ ਨੂੰ ਵੋਟ ਪਾਉਣ, ਕਿਉਂਕਿ 2 ਬਾਹਾਂ ਤੁਹਾਡੀਆਂ ਇੱਕ ਕਾਂਗਰਸ 'ਚੋਂ ਆਈ ਹੋਈ ਹੈ, ਇੱਕ ਅਕਾਲੀ ਦਲ 'ਚੋਂ ਆਈ ਹੋਈ ਹੈ। ਦੇਖੋ ਭਾਰਤੀ ਜਨਤਾ ਪਾਰਟੀ ਦਾ ਇੱਕ ਕਲੀਅਰ ਫੰਡਾ, ਸਬਕਾ ਸਾਥ ਸਬਕਾ ਵਿਸ਼ਵਾਸ, ਚੌਪੱਖੀ ਵਿਕਾਸ। ਅਸੀਂ ਸਾਡਾ ਚੋਣ ਮੈਨੀਫੈਸਟੋ ਪਿਛਲਾ ਕੱਢ ਲਓ, ਕੇਂਦਰ ਸਰਕਾਰ 'ਚ ਜਦੋਂ ਅਸੀਂ ਦੁਬਾਰਾ ਸੱਤਾ 'ਚ ਆਏ, ਅਸੀਂ ਚੋਣ ਮੈਨੀਫੈਸਟੋ ਕੀਤਾ ਸੀ, ਹਿੰਦਬੀਨ ਲਾਗੂ ਕੀਤਾ, ਲੋਕਾਂ ਨੂੰ ਛੱਤਾਂ ਦਿੱਤੀਆਂ, ਲੋਕਾਂ ਨੂੰ ਰਾਸ਼ਨ ਪਹੁੰਚਾਇਆ, ਲੋਕਾਂ ਨੂੰ ਜਿੰਨੀ ਵੀ ਏਡ ਦੇ ਸਕਦੇ ਸੀ, ਜਿੰਨੀ ਸਬਸਿਡੀ ਜਿੰਨੀ ਜ਼ਰੂਰਤ ਸੀ ਸਾਰੀ ਚੀਜ਼ਾਂ ਪਹੁੰਚਾਈਆਂ। ਸਵੱਛ ਭਾਰਤ ਲਿਆਂਦਾ, ਲਦਾਖ ਦੇ ਵਿੱਚ ਸੜਕ ਉੱਥੇ ਬਣਾਤੀ ਜਿੱਥੇ ਸਭ ਤੋਂ ਉੱਚੀ ਸੜਕ ਜਿਹੜੀ ਅੱਜ ਦੁਨੀਆ ਦੀ ਗਿਣੀ ਜਾਂਦੀ ਹੈ। ਫਲਾਈਓਵਰ ਜਿਹੜਾ ਉੱਥੇ ਬਣਦਾ ਵਾ ਤਕਰੀਬਨ ਕੰਪਲੀਟ ਆ। ਵੱਲਭ ਭਾਈ ਪਟੇਲ ਜੀ ਦੇ ਤੁਸੀਂ ਦੇਖ ਲਓ ਵੀ ਉਹਨਾਂ ਦੀ ਜਿਹੜੀ ਸਟੈਚੂ ਹੈ ਲਿਬਰਟੀ ਨੂੰ ਦੇਖਣ ਜਾਂਦੇ ਸੀ, ਹੁਣ ਦੁਨੀਆ ਉੱਥੇ ਦੇਖਣ ਆ ਰਹੀ ਹੈ। ਜੋ ਕਿਆ ਕਰਾਂਗੇ ਅੱਜ ਜਿਹੜੀ ਜਿੱਦਾਂ ਯੂਪੀ ਦੇ ਵਿੱਚ ਵਿਕਾਸ ਹੋਇਆ, ਉੱਤਰਾਖੰਡ 'ਚ ਹੋਇਆ, ਹਿਮਾਚਲ 'ਚ ਹੋਇਆ, ਹੁਣ ਵਾਰੀ ਪੰਜਾਬ ਦੀ ਹੈ। ਪੰਜਾਬ ਦੇ ਵਿੱਚ ਇੰਡਸਟਰੀ ਵਧਾਵਾਂਗੇ, ਇੰਡਸਟਰੀ ਦੀ ਬਹੁਤ ਜ਼ਰੂਰਤ ਹੈ, ਸਕਿੱਲ ਡਿਵੈਲਪਮੈਂਟ 'ਤੇ ਕੰਮ ਕਰਾਂਗੇ, ਪੰਜਾਬ ਦੇ ਵਿੱਚ ਖੇਤੀ ਨੂੰ ਪ੍ਰਮੋਟ ਕਰਾਂਗੇ, ਪੰਜਾਬ ਨੂੰ ਸਵੱਛ ਵੀ ਰੱਖਣਾ ਜ਼ਰੂਰੀ ਹੈ, ਤੇ ਜਿਹੜਾ ਵਾਤਾਵਰਨ ਹੈ ਧਰਮਾਂ ਦੀਆਂ ਲੜਾਈਆਂ ਤੋਂ ਉੱਪਰ ਉੱਠ ਕੇ ਹੁਣ ਪੰਜਾਬ ਦੀ ਤਰੱਕੀ ਦੀ ਵਾਰੀ ਹੈ। ਇਹੀ ਸਵਾਲ ਤੁਹਾਨੂੰ ਡਾਕਟਰ ਸਾਹਿਬ ਵੀ ਕਾਂਗਰਸ ਨੂੰ ਵੋਟ ਕਿਉਂ ਤੇ ਕਾਂਗਰਸ ਵੋਟ ਕਿਸ ਆਧਾਰ ਤੇ ਮੰਗੇਗੀ? ਦੇਖੋ ਗੋਸ਼ਾ ਜੀ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਸਵੱਛ ਭਾਰਤ ਦੀ, ਤੇ ਜਿਹੜਾ ਸਵੱਛ ਭਾਰਤ ਆ ਉਹ ਜਿਵੇਂ ਤੁਸੀਂ ਜਾਣਦੇ ਹੋ ਗਾਂਧੀ ਜੀ ਨੇ ਹੀ ਇਨਵੈਂਟ ਕੀਤਾ ਸੀ, ਸਟਾਰਟ ਕੀਤਾ ਸੀ ਸਵੱਛ ਭਾਰਤ ਦਾ ਨਾਰਾ। ਤੇ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਆ ਕਿ ਜਿਹੜੀ ਕਿ ਬੇਸਿਕ ਚੀਜ਼ਾਂ ਨੂੰ ਸਮਝਦੀ ਹੈ ਔਰ ਜਿਹੜੇ ਕਿ ਫਿਊਚਰ ਨੂੰ ਸਮਝਦੀ ਹੈ। ਫਿਊਚਰ ਜਿਹੜਾ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਾਂਗਰਸ ਪਾਰਟੀ ਤੋਂ ਵਧੀਆ ਕੋਈ ਫਿਊਚਰ ਨਹੀਂ ਦੇ ਸਕਦਾ। ਉਹਨਾਂ ਦੇ ਆਪਦੇ ਕੋਈ ਏਜੰਡੇ ਨਹੀਂ ਹੈ। ਅੱਜ ਦੀ ਡੇਟ ਦੇ ਵਿੱਚ ਯੂਥ ਵੀ ਬੜਾ ਜਾਗਰਤ ਹੋ ਗਿਆ ਔਰ ਸਾਰੇ ਹੀ ਸਮਝਦਾਰ ਨੇ, ਸਾਰੇ ਜਾਣਦੇ ਨੇ 10 ਸਾਲ ਚਾਹੇ ਇਹਨਾਂ ਦੀ ਪਾਰਟੀ ਨੇ ਰਾਜ ਕੀਤਾ ਹੋਵੇ, 5 ਸਾਲ ਕਾਂਗਰਸ ਨੇ ਰਾਜ ਕੀਤਾ, ਪਰ ਲੇਕਿਨ ਇੰਟੈਂਸ਼ਨ ਕਾਂਗਰਸ ਪਾਰਟੀ ਦੀ ਪਿਓਰ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਨੂੰ, ਇਸ ਪੰਜਾਬ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਓ। ਸੋ ਤੁਸੀਂ ਸਭ ਨੇ ਵੇਖਿਆ ਵੀ ਅਸੀਂ ਤਕਰੀਬਨ ਜਿਹੜਾ ਸਾਡਾ ਸੋਹਣਾ ਪੰਜਾਬ ਹੈ ਕਿ ਉਸ ਨੂੰ ਹੋਰ ਸੋਹਣਾ ਕਿੱਦਾਂ ਬਣਾਇਆ ਜਾ ਸਕਦਾ, ਜਿਹੜਾ ਕਿ ਅੱਜ ਦੀ ਡੇਟ 'ਚ ਵਾਕਿਆ ਸੋਹਣਾ ਨਹੀਂ ਹੈ। ਇੱਥੇ 6ਵਾਂ ਦਰਿਆ ਨਸ਼ਿਆਂ ਦਾ ਵਗਣਾ, ਸਾਡੀ ਧਰਤੀ ਦਾ ਨਸ਼ੇੜੀ ਹੋਣਾ। ਹਾਲਾਂਕਿ ਸਾਰੀਆਂ ਹੀ ਪਾਰਟੀਆਂ ਇਹ ਦਾਅਵਾ ਕਰ ਰਹੀਆਂ ਨੇ ਕਿ ਉਹ ਆਪਣੇ ਚੋਣ ਮੈਨੀਫੈਸਟੋ 'ਚ ਤਾਂ ਇਹ ਗੱਲਾਂ ਲੈ ਕੇ ਆ ਰਹੀਆਂ ਕਿ ਉਹ ਨੌਜਵਾਨੀ ਦੀ ਇਹਦੇ ਬਾਰੇ ਸੋਚਣਗੀਆਂ ਤਾਂ ਕਿ ਇੱਥੇ ਇੰਨਾ ਕੰਮ ਕਰ ਦੇ ਦਈਏ ਕਿ ਉਹ ਬਾਹਰ ਨਾ ਜਾਣ। ਖੇਤੀ ਵਿਭਿੰਨਤਾ ਦੇ ਉੱਤੇ ਵੀ ਉਹ ਕੰਮਕਾਜ ਕਰਨਗੇ ਤਾਂ ਕਿ ਅਸੀਂ ਝੋਨੇ ਤੇ ਕਣਕ ਦੇ ਜਿਹੜਾ ਫਸਲੀ ਚੱਕਰ ਹੈ 'ਚ ਫਸੇ ਹੋਏ ਹਾਂ, ਅਸੀਂ ਇਹਦੇ ਵਿੱਚੋਂ ਨਿਕਲ ਇੱਕ ਸੋਹਣਾ ਪੰਜਾਬ ਵਿੱਚ ਸਿਰ ਸਕੀਏ। ਅਸੀਂ ਕਾਮਨਾ ਕਰਦੇ ਹਾਂ ਕਿ ਕੋਸ਼ਿਸ਼ ਇਹ ਵੀ ਕਰਾਂਗੇ ਜੁਝਾਰ ਟਾਈਮ ਵੱਲੋਂ ਕਿ ਇਹ ਚੋਣ ਮੈਨੀਫੈਸਟੋ ਸਾਰੀਆਂ ਪਾਰਟੀਆਂ ਜਾਰੀ ਕਰਨ ਔਰ ਜੁਝਾਰ ਟਾਈਮ ਇੱਕ PIL ਹਾਈ ਕੋਰਟ 'ਚ ਪਾਵੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਦੂਆ ਸਾਹਿਬ ਉਹਨਾਂ ਨੇ ਕਿਹਾ ਵੀ ਉਹ ਪਾਉਣਗੇ, ਉਹ ਪਾਉਣ ਨਾ ਪਾਉਣ, ਜੁਝਾਰ ਟਾਈਮ ਇਹ ਜ਼ਰੂਰ PIL ਪਾਏਗਾ ਕਿ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਨੇ ਇਹ ਇਹਨਾਂ ਦਾ ਲੀਗਲ ਡਾਕਸ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬੀਆਂ ਨਾਲ ਹੋਰ ਧੋਖਾ ਨਾ ਹੋ ਸਕੇ। ਤੁਸੀਂ ਵੀ ਆਪਣੇ ਲੀਡਰ ਚੰਗੇ ਸੁਚੱਜੇ ਚੁਣੋ ਤਾਂ ਕਿ ਤੁਹਾਡਾ ਭਵਿੱਖ ਰੁਸ਼ਨਾਹ ਹੋ ਸਕੇ। ਵੀ ਤੁਸੀਂ ਵੇਖਦੇ ਰਹੋ ਜੁਝਾਰ ਟਾਈਮ। ਥੱਲੇ ਕਮੈਂਟ ਕਰਨਾ ਨਾ ਭੁੱਲਿਓ। ਕਮੈਂਟ ਵਿੱਚ ਜੋ ਵੀ ਸਵਾਲ ਤੁਹਾਨੂੰ ਲੱਗਦਾ ਕਿ ਅਗਲੀ ਡਿਬੇਟਾਂ ਸਾਨੂੰ ਪੁੱਛਣੇ ਚਾਹੀਦੇ ਆ ਉਹ ਜ਼ਰੂਰ ਥੱਲੇ ਲਿਖਿਓ ਤਾਂ ਕਿ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਆਗੂਆਂ ਤੋਂ ਲੈ ਸਕੀਏ। ਤੇ ਹੁਣ ਤੁਸੀਂ ਬਲਵਿੰਦਰ ਸਿੰਘ ਪੜੈਣ ਨੂੰ ਦਿਓ ਇਜਾਜ਼ਤ। ਇੱਕ ਵਾਰ ਸਾਰਿਆਂ ਤੋਂ ਮੰਗਦੇ ਹਾਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ। ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।